स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਦਿੱਲੀ ਦੇ ਵਿੱਚ ਬੀਜੇਪੀ ਅਕਾਲੀ ਦਲ ਗੱਠਜੋੜ ਇਲੈਕਸ਼ਨ ਨਹੀਂ ਲੜੇਗਾ ਕਿਉਂਕਿ ਅਕਾਲੀ ਦਲ ਨੇ ਕਿਨਾਰਾ ਕਰ ਲਿਆ। ਅਕਾਲੀ ਦਲ ਕਹਿੰਦਾ ਕਿ ਅਸੀਂ ਚੋਣਾਂ ਦੇ ਵਿੱਚ ਹਿੱਸੇਦਾਰ ਨਹੀਂ ਰੱਖਾਂਗੇ, ਆਪਣੇ ਉਮੀਦਵਾਰ ਖੜੇ ਨਹੀਂ ਕਰਾਂਗੇ। ਇਸ ਕਰਕੇ ਬੀਜੇਪੀ ਨੇ ਅਕਾਲੀ ਦਲ ਨੂੰ ਵੀ ਸਾਈਡਲਾਈਨ ਕਰਤਾ ਔਰ ਅਕਾਲੀ ਦਲ ਕਹਿੰਦਾ ਕਿ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਕਿਉਂਕਿ ਸੀਏ ਦਾ ਮੁੱਦਾ ਸਾਡੇ ਲਈ ਅਹਿਮ ਮੁੱਦਾ ਹੈ। ਉਸ ਮੁੱਦੇ ਨੂੰ ਤਾਕ ਦੇ ਵਿੱਚ ਰੱਖਦਿਆਂ ਹੋਇਆਂ ਅਸੀਂ ਇਲੈਕਸ਼ਨ ਨਹੀਂ ਲੜ ਰਹੇ। ਹਾਲਾਂਕਿ ਬੜੀਆਂ ਸਾਰੀਆਂ ਕੰਸੋਆਂ ਉੱਡ ਰਹੀਆਂ ਨੇ ਕਿ ਅਕਾਲੀ ਦਲ ਨੂੰ ਕਿਨਾਰਾ ਕਰ ਦਿੱਤਾ ਬੀਜੇਪੀ ਨੇ ਤੇ ਅਕਾਲੀ ਦਲ ਕੋਲ ਹੁਣ ਕਹਿਣ ਨੂੰ ਕੁਝ ਹੈ ਨਹੀਂ ਸੀਗਾ। ਅਕਾਲੀ ਦਲ ਨੇ ਇਸੇ ਨੂੰ ਹੀ ਆਪਣਾ ਧਾਰਨਾ ਬਣਾ ਲਈ ਕਿ ਦੇਖੋ ਜੀ ਅਸੀਂ ਤਾਂ ਸੀਏ ਦੇ ਖਿਲਾਫ ਆ, ਇਸੇ ਕਰਕੇ ਅਸੀਂ ਇਲੈਕਸ਼ਨ ਵੀ ਨਹੀਂ ਲੜ ਰਹੇ। ਇਸੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡਾ ਖਾਸ ਮਹਿਮਾਨ ਮੌਜੂਦ ਨੇ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਚ ਐਸ ਬੈਂਸ ਸਾਹਿਬ। ਬੈਂਸ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬੈਂਸ ਸਾਹਿਬ, ਵਾਰ-ਵਾਰ ਜਦੋਂ ਵੀ ਅਕਸਰ ਹੀ ਗੱਲ ਹੋਈ ਹੈ, ਭਾਵੇਂ ਬਾਦਲ ਸਾਹਿਬ ਨੇ, ਛੋਟੇ ਬਾਦਲ ਸਾਹਿਬ ਨੇ, ਤੁਸੀਂ ਹੋ ਜਾਂ ਬੀਜੇਪੀ ਦੇ ਵੀ ਕਈ ਆਗੂ ਨੇ, ਹਮੇਸ਼ਾ ਇਹ ਕਹਿੰਦੇ ਨੇ ਸਾਡਾ ਤਾਂ 9 ਮਾਸ ਦਾ ਰਿਸ਼ਤਾ, ਸਾਡਾ 9 ਮਾਸ ਦਾ ਰਿਸ਼ਤਾ। ਜਦੋਂ 9 ਮਾਸ ਤੋਂ ਥੋੜਾ ਜਿਹਾ ਉਖੜ ਜਾਵੇ, ਇਲਾਜ ਸਿਰਫ ਇੱਕੋ ਹੀ ਹੁੰਦਾ ਕਿ ਉਹ 9 ਨੂੰ ਉਤਾਰ ਦਿੱਤਾ ਜਾਵੇ। ਇਹ ਤਾਂ ਬਹੁਤ ਤੰਗ ਕਰਦਾ। ਅਕਾਲੀ ਦਲ 9 ਸੀਗਾ ਜਿਹੜਾ ਹੁਣ ਬੀਜੇਪੀ ਨੂੰ ਤੰਗ ਕਰ ਰਿਹਾ, ਇਸੇ ਕਰਕੇ ਬੀਜੇਪੀ ਨੇ ਉਹ 9 ਲਾ ਕੇ ਛੱਡਤਾ, ਸਾਈਡ ਤੇ ਕਰਤਾ। देखो रिश्ता तो 9 मास का ही है। ਉਹਦੀ ਵਜ੍ਹਾ ਹਲੇ ਵੀ ਹੈ ਬਿਲਕੁਲ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਕਿ ਇਹ ਰਿਸ਼ਤਾ ਉੱਭਰਿਆ ਕਿੱਥੋਂ ਹੈ? ਇਹ ਰਿਸ਼ਤਾ ਉੱਭਰਿਆ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਲਈ। ਜੇ ਬੀਜੇਪੀ ਇਹ ਸੋਚਦੀ ਹੈ ਕਿ ਹਿੰਦੂ ਸਿੱਖ ਭਾਈਚਾਰਾ ਤੋੜਨਾ ਚਾਹੀਦਾ ਔਰ ਸਾਨੂੰ ਇਹਦੇ ਵਾਸਤੇ ਕੋਈ ਐਫਰਟ ਨਹੀਂ ਕਰਨਾ ਚਾਹੀਦਾ ਇਹਨੂੰ ਬਚਾਉਣ ਵਾਸਤੇ, ਔਰ ਉਹ ਇਸ ਕਰਕੇ ਤੋੜਨਾ ਚਾਹੁੰਦੇ ਆ, ਤਾਂ ਸਾਨੂੰ ਦੁੱਖ ਤਾਂ ਜ਼ਰੂਰ ਹੋਏਗਾ। ਲੇਕਿਨ ਅਸੀਂ ਅਸੂਲ ਛੱਡ ਕੇ ਫਿਰ ਇਸ ਗੱਲ ਨੂੰ 9 ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਬੀਜੇਪੀ ਨੂੰ ਨਹੀਂ ਬਚਾ ਸਕਦੇ। ਇਹ ਸਾਡੀ ਇੱਕ ਮਜਬੂਰੀ ਹੋ ਜਾਏਗੀ। ਲੇਕਿਨ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਸਰਜੀਕਲ ਇੰਟਰਵੈਂਸ਼ਨ ਤੋਂ ਬਿਨਾਂ ਹੀ 9 ਔਰ ਮਾਸ ਨੂੰ ਬਚਾਇਆ ਜਾਵੇ। ਔਰ 9 ਦੁਆਰਾ ਵੀ ਉਖੜਦੇ ਨੇ। ਤੁਸੀਂ ਦੇਖਿਆ ਹੋਏਗਾ ਕਿ ਜੇ ਅਸੀਂ ਠੀਕ ਤਰ੍ਹਾਂ ਉਹਨੂੰ ਠੀਕ ਤਰ੍ਹਾਂ ਟ੍ਰੀਟ ਕੀਤਾ ਜਾਵੇ ਤਾਂ 9 ਦੁਆਰਾ ਵੀ ਉਗਦੇ ਨੇ। ਤਾਂ ਉਹ ਦੁਆਰਾ ਇਸ ਤਰ੍ਹਾਂ ਉਗਦੇ ਨੇ ਕਿ ਜੇ ਉਹ ਸਾਡੀ ਗੱਲ ਨੂੰ ਮੰਨ ਜਾਣਗੇ। ਸਾਡੀ ਗੱਲ ਕੀ ਹੈ? ਮੈਂ ਹਰਪ੍ਰੀਤ ਜੀ, ਪਰ ਸਿਚੁਏਸ਼ਨ ਜੀ ਆਈ ਕਿਉਂ? 9 ਮਾਸ ਤੋਂ ਅਲੱਗ ਹੋਏ ਹੀ ਕਿਉਂ? ਉਹ ਕਲੀਅਰ ਹੈ ਜੀ, ਉਹ ਤਾਂ ਦੱਸਣ ਦੀ ਲੋੜ ਨਹੀਂ ਹੈ। ਕਿਉਂ ਗੱਲ ਇਹ ਹੈ, ਮੈਂ ਤੁਹਾਨੂੰ ਸਮਝਣਾ ਚਾਹੁੰਦਾ। ਮੈਂ ਦੱਸਦਾ, ਮੈਂ ਸਾਡੀ ਤੁਸੀਂ ਜਿਹੜਾ ਉਸ ਸਿਮਤ ਤੋਂ ਦੇਖੋ ਜਿੱਥੋਂ ਅਸੀਂ ਦੇਖਦੇ ਹਾਂ ਕਿ ਸੀਏਏ ਹੈ ਕੀ। ਸੀਏਏ ਇੱਕ ਐਸਾ ਕਾਨੂੰਨ ਹੈ ਜਿਹੜਾ ਕਿ ਹਿੰਦੂਆਂ ਨੂੰ, ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ, ਪਾਰਸੀਆਂ ਨੂੰ, ਈਸਾਈਆਂ ਨੂੰ ਭਾਰਤ ਦੇ ਵਿੱਚ ਸ਼ਰਨ ਲੈ ਕੇ, ਸਿਟੀਜ਼ਨਸ਼ਿਪ ਲੈ ਕੇ ਲੈਣ ਦੀ ਇਜਾਜ਼ਤ ਦਿੰਦਾ ਹੈ। ਯਾਨੀ ਕਿ ਸਿੱਖਾਂ ਨੂੰ ਵੀ ਦਿੰਦਾ ਹੈ, ਹਿੰਦੂਆਂ ਨੂੰ ਵੀ ਦਿੰਦਾ, ਜੈਨੀਆਂ, ਬੋਧੀਆਂ ਔਰ ਸਿੱਖਾਂ ਨੂੰ ਵੀ ਦਿੰਦਾ ਜੀ। ਮੁਸਲਮਾਨਾਂ ਨੂੰ ਨਹੀਂ ਦਿੰਦਾ। ਹੁਣ ਸਾਡਾ ਸਟੈਂਡ ਇਹ ਹੈ ਕਿ ਜਿੱਥੇ ਤੱਕ ਤਾਂ ਸਿੱਖਾਂ ਨੂੰ ਦਿੰਦਾ ਉੱਥੇ ਤੱਕ ਅਸੀਂ ਸੀਏਏ ਦੇ ਹੱਕ ਵਿੱਚ ਹਾਂ। ਸੀਏਏ ਨੂੰ ਰਿਜੈਕਟ ਕਰਨ ਦੇ ਅਸੀਂ ਹੱਕ ਵਿੱਚ ਨਹੀਂ ਹੈ, ਕਿਉਂਕਿ ਸੀਏਏ ਨਾਲ ਸਿੱਖਾਂ ਨੂੰ ਰਾਹਤ ਮਿਲ ਰਹੀ ਹੈ ਬਹੁਤ ਵੱਡੀ। ਜਿਹੜੇ ਵੀ ਸਿੱਖ ਬਾਹਰੋਂ ਆ ਕੇ ਰੈਫਿਊਜੀ ਬਣਦੇ ਨੇ ਕਿਸੇ ਵੀ ਹਾਲਾਤ 'ਚ, ਉਹਨਾਂ ਨੂੰ ਚਾਹੇ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਔਰ ਹੋ ਸਕਦਾ ਕੱਲ੍ਹ ਨੂੰ ਇਹਦਾ ਜਿਹੜਾ ਦਾਇਰਾ ਵਸੀਹ ਕਰਨਾ ਪੈ ਜਾਏ, ਵੱਡਾ ਕਰਨਾ ਪੈ ਜਾਏ। ਔਰ ਜਿਸ ਤਰ੍ਹਾਂ ਕੈਨੇਡਾ ਵਿੱਚ ਕੋਈ ਗਏ ਹੋਏ ਨੇ ਜਾਂ ਹੋਰ ਕਿਤੇ ਗਏ ਹੋਏ ਨੇ, ਉਹਨਾਂ ਨੂੰ ਕਿਤੇ ਵੀ ਕਿਸੇ ਨੂੰ ਆਉਣਾ ਪੈ ਜਾਏ, ਬੰਗਲਾਦੇਸ਼ 'ਚੋਂ ਆਉਣਾ ਪੈ ਜਾਏ, ਬਰਮਾ 'ਚੋਂ ਆਉਣਾ ਪੈ ਜਾਏ, ਉਹਨਾਂ ਵਾਸਤੇ ਸਿੱਖਾਂ ਨੂੰ ਤਾਂ ਰਾਹਤ ਅਸੀਂ ਬੰਦ ਨਹੀਂ ਕਰਵਾਉਣੀ ਚਾਹੁੰਦੇ। ਇਸ ਕਰਕੇ ਸੀਏਏ ਨੂੰ ਤਾਂ ਅਸੀਂ ਕਰਦੇ ਹਾਂ ਸਪੋਰਟ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਇਹ 'ਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਏ। ਉਹਦੇ ਵਾਸਤੇ ਅਸੀਂ ਚਾਹੁੰਦੇ ਕਿ ਇਹਨੂੰ ਅਮੈਂਡ ਕਰੋ। ਹੁਣ ਇਹਦੇ 2 ਤਰੀਕੇ ਨੇ। ਇੱਕ ਤਾਂ ਇਹ ਹੈ ਕਿ ਅਸੀਂ ਉਹਨਾਂ ਦੇ ਨਾਲ ਗੱਠਜੋੜ ਤੋੜੀਏ ਔਰ ਤੋੜ ਕੇ ਕਹੀਏ ਕਿ ਤੁਸੀਂ ਇਹਨੂੰ ਅਮੈਂਡ ਕਰੋ। ਜੇ ਅਸੀਂ ਤੋੜਦੇ ਹਾਂ ਇਹਦਾ ਮਤਲਬ ਅਸੀਂ ਸੀਏਏ ਦਾ ਵਿਰੋਧ ਕਰਦੇ ਹਾਂ। ਜੇ ਅਸੀਂ ਸੀਏਏ ਦਾ ਵਿਰੋਧ ਕਰਦੇ ਹਾਂ ਤਾਂ ਅਸੀਂ ਜਿਹੜੀ ਸਿੱਖਾਂ ਨੂੰ ਰਾਹਤ ਦਿੱਤੀ ਗਈ ਹੈ ਉਹਦਾ ਵੀ ਵਿਰੋਧ ਕਰਦੇ ਹਾਂ। ਪਰ ਤੁਸੀਂ ਸੀਏਏ ਦਾ ਵਿਰੋਧ ਨਹੀਂ ਕਰ ਰਹੇ ਨਾ। ਸੀਏਏ ਦਾ ਵਿਰੋਧ ਨਹੀਂ ਕਰ ਰਹੇ। ਲੋਕ ਸਭਾ ਦੇ ਵਿੱਚ ਹਾਮੀ ਭਰ ਚੁੱਕੇ ਹੋ, ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਚੁੱਕੇ ਹੋ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਵਿਰੋਧ ਕਰ ਰਹੇ ਹੋ? ਮੈਂ ਬੇਨਤੀ ਕਰਾਂ ਕਿ ਮੈਂ ਅੱਜ ਵੀ ਉਹੀ ਗੱਲ ਕਹਿ ਰਿਹਾ ਕਿ ਸੀਏਏ ਦਾ ਵਿਰੋਧ ਅਸੀਂ ਨਹੀਂ ਕਰ ਰਹੇ। ਸੀਏਏ ਨੂੰ ਅਸੀਂ ਇਨਕੰਪਲੀਟ ਕਹਿ ਰਹੇ ਹਾਂ, ਗਲਤ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਇਹਨੂੰ ਪੂਰਾ ਕਰੋ। ਕੀ ਕਦੇ ਇਨਕੰਪਲੀਟ ਖਰੜੇ ਜਾਂ ਕਾਨੂੰਨ ਦੇ ਹੱਕ ਦੇ ਵਿੱਚ ਹਾਮੀ ਭਰੀ ਜਾ ਸਕਦੀ ਹੈ? ਇੱਕ ਗੱਲ ਮੈਂ ਸਪਸ਼ਟ ਤੁਸੀਂ ਇਨਕੰਪਲੀਟ ਬਿੱਲ ਦੇ ਹੱਕ ਦੇ ਵਿੱਚ ਹਾਮੀ ਕਿਉਂ ਭਰੀ? ਇੱਕ ਗੱਲ ਮੈਂ ਸਪਸ਼ਟ ਕਰਾਂ ਕਿ ਜੇ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਹਾਮੀ ਇਸ ਕਰਕੇ ਭਰੀ, ਮੈਂ ਤਾਂ ਦੱਸਿਆ ਨਾ, ਹਾਮੀ ਤਾਂ ਇਸ ਕਰਕੇ ਭਰੀ ਕਿ ਜੇ ਅਸੀਂ ਨਹੀਂ ਭਰਦੇ ਤਾਂ ਅਸੀਂ ਸਿੱਖਾਂ ਨੂੰ ਮਿਲਣ ਵਾਲੀ ਰਾਹਤ ਦਾ ਵੀ ਵਿਰੋਧ ਕਰਦੇ ਹਾਂ। ਪਰ ਇਹ ਚੰਗਾ ਨਾ ਹੁੰਦਾ ਕਿ ਤੁਸੀਂ ਕਹਿੰਦੇ ਕਿ ਅਸੀਂ ਹਾਮੀ ਭਰਾਂਗੇ, ਪਹਿਲਾਂ ਇਹ ਠੀਕ ਕਰੋ। ਅਸੀਂ ਇਹਨੂੰ ਜਸਟੀਫਾਈ ਕਿਵੇਂ ਕਰਾਂਗੇ ਕਿ ਅਸੀਂ ਸਿੱਖਾਂ ਵਾਲੀ ਨੂੰ ਮਿਲਣ ਵਾਲੀ ਰਾਹਤ ਨੂੰ ਵਿਰੋਧ ਕਰ ਰਹੇ ਹਾਂ? ਅਸੀਂ ਇਹਨੂੰ ਕਿਵੇਂ ਪੰਜਾਬ ਦੇ ਵਿੱਚ ਕਿਵੇਂ ਜਸਟੀਫਾਈ ਕਰਾਂਗੇ? ਤੁਹਾਨੂੰ ਕਿਵੇਂ ਜਸਟੀਫਾਈ ਕਰਾਂਗਾ? ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਕਿਵੇਂ ਦੱਸਾਂਗਾ ਕਿ ਉਹ ਐਕਟ ਜਿਹੜਾ ਸਿੱਖਾਂ ਨੂੰ ਰਾਹਤ ਦੇ ਰਿਹਾ ਮੈਂ ਉਹਦਾ ਹੀ ਵਿਰੋਧ ਕਰ ਰਿਹਾ? ਇਹਨੂੰ ਮੈਂ ਕਿਵੇਂ ਜਸਟੀਫਾਈ ਕਰਾਂ? ਫਿਰ ਤੁਸੀਂ ਦੋਵੇਂ ਗੱਲਾਂ ਕਿਵੇਂ? ਇੱਕ ਪਾਸੇ ਤੋਂ ਤੁਸੀਂ ਹਾਮੀ ਭਰਨ ਦੇ ਲਈ ਵੋਟ ਵੀ ਪਾਏ, ਬਾਹਰ ਆ ਕੇ ਤੁਸੀਂ ਉਹਦੇ ਖਿਲਾਫ ਬੋਲੀ ਜਾਂਦੇ ਹੋ। ਇਹ ਦੋਵੇਂ ਚੀਜ਼ਾਂ ਕਿਵੇਂ ਸਾਈਮਲਟੇਨੀਅਸ ਚੱਲ ਸਕਦੀਆਂ? ਅਸੀਂ ਉਹਦੇ ਵਿਰੋਧ 'ਚ ਨਹੀਂ ਬੋਲ ਰਹੇ ਜਨਾਬ, ਮੈਂ ਇਹੀ ਤਾਂ ਗੱਲ ਕਹਿ ਰਿਹਾ। ਨਹੀਂ, ਅਮੈਂਡਮੈਂਟ ਦੀ ਗੱਲ ਕਰ ਰਹੇ ਹੋ ਤੁਸੀਂ ਵੀ ਅਮੈਂਡਮੈਂਟ ਹੋਣੀ ਚਾਹੀਦੀ ਹੈ। ਮੈਂ ਇੱਕ ਮਿੰਟ ਬੈਂਸ ਸਾਹਿਬ, ਮੈਂ ਖਰੜਾ ਤੁਹਾਡੇ ਕੋਲ ਲੈ ਕੇ ਗਿਆ ਜੀ,
ਮੈਂ ਇਹਨੂੰ ਕਿਹਾ ਕਿ ਇਹਨੂੰ ਤੁਸੀਂ ਪਾਸ ਕਰ ਦਿਓ ਇਹਦੇ ਹੱਕ 'ਚ, ਤੁਸੀਂ ਵੋਟ ਪਾਤੀ ਦੇ ਹੱਕ ਦੇ ਵਿੱਚ, ਨਾਲ ਮੈਨੂੰ ਇਹ ਕਹਿ ਦਿੱਤਾ ਕਿ ਇਹਦੇ 'ਚ ਮੁਸਲਮਾਨ ਪਾਲਣ ਦੇ ਤਾਂ ਬਹੁਤ ਵਧੀਆ ਹੁੰਦਾ। ਬਹੁਤ ਵਧੀਆ ਨਹੀਂ ਹੁੰਦਾ। ਹੁਣ ਮੇਰੀ ਇੱਛਾ ਹੈ ਕਿ ਮੈਂ ਪਾਵਾਂ ਨਾ ਪਾਵਾਂ, ਤੁਸੀਂ ਤਾਂ ਸਾਈਨ ਕਰ ਦਿੱਤੇ ਨਾ, ਤੁਸੀਂ ਤਾਂ ਇਸ ਖਰੜੇ ਦੇ ਹਾਮੀ ਭਰ ਦਿੱਤੀ। ਮੇਰਾ ਸਵਾਲ ਇਹ ਹੈ ਕਿ ਹਾਮੀ ਭਰਨ ਤੋਂ ਪਹਿਲਾਂ ਚੰਗਾ ਨਾ ਹੁੰਦਾ ਕਿ ਤੁਸੀਂ ਆਪਣੀ ਭਾਈਵਾਲ ਨੂੰ ਕਹਿੰਦੇ ਕਿ ਤੁਸੀਂ ਪਹਿਲਾਂ ਇਹ ਮੱਦ ਦਾਖਲ ਕਰੋ, ਉਸ ਤੋਂ ਬਾਅਦ ਅਸੀਂ ਹਾਮੀ ਭਰਾਂਗੇ। ਪਹਿਲਾਂ ਵੀ ਕਿਹਾ। ਅੱਛਾ, ਇਹ ਐਕਟ ਪਾਸ ਕਿੱਥੇ ਕੀਤਾ ਗਿਆ? ਐਕਟ ਨੂੰ ਪਾਸ ਕਰਨ ਦਾ ਇੱਕੋ ਇੱਕ ਪਲੇਟਫਾਰਮ ਕਿਹੜਾ ਹੈ? ਪਾਰਲੀਮੈਂਟ। ਤੁਸੀਂ ਦੇਖੋ, ਕੋਈ ਜਜਮੈਂਟ ਆਉਂਦੀ ਹੈ, ਤੁਸੀਂ ਦੇਖਿਆ ਹੋਵੇਗਾ ਹਾਈ ਕੋਰਟ, ਸੁਪਰੀਮ ਕੋਰਟ, ਕੋਈ ਜਜਮੈਂਟ ਆਉਂਦੀ ਹੈ, ਉਹਦੇ ਵਿੱਚ ਜਜਮੈਂਟ ਆਉਂਦੀ ਹੈ ਕਿ ਕਿਸੇ ਬੰਦੇ ਨੂੰ ਫਾਂਸੀ ਦੇਤੀ, 5 ਜੱਜਾਂ ਦੇ ਮੁਸ਼ਤਮਿਲ ਕੋਈ ਬਣਦਾ, ਉਹਦੇ ਵਿੱਚ 2 ਜੱਜ ਉਹਨਾਂ ਡਿਸਐਗਰੀ ਕਰਦੇ ਆ, ਲੇਕਿਨ ਜਜਮੈਂਟ ਤਾਂ ਜਾਂਦੀ ਹੈ ਨਾ, ਦੇਣੀ ਪੈਂਦੀ ਹੈ, ਲੇਕਿਨ ਉਹ ਆਪਣਾ ਰਿਕਾਰਡ ਕਰਦੇ ਕਿ ਅਸੀਂ ਇਹਨਾਂ ਸਹਿਮਤ ਨਹੀਂ ਗਏ, ਲੇਕਿਨ ਕਿਉਂਕਿ ਮੈਜੋਰਿਟੀ ਇਹਦੇ ਨਾਲ ਤਾਂ ਅਸੀਂ ਇਸ ਹੱਦ ਤੱਕ ਸਹਿਮਤ ਆ ਕੇ ਕਰਤਾ ਜਾਏ, ਲੇਕਿਨ ਇਹ ਰਿਕਾਰਡ ਕਰਵਾਉਂਦੇ ਨੇ ਕਿ ਅਸੀਂ ਇਹਨਾਂ ਸਹਿਮਤ ਨਹੀਂ ਸੀਗੇ। ਤੁਹਾਡੀ ਸਿਚੁਏਸ਼ਨ ਹੋਵੇ ਨਹੀਂ, ਨੋ ਬਿਲਕੁਲ ਸਹੀ, ਤੁਸੀਂ ਹਾਮੀ ਭਰੋ ਨਾ ਭਰੋ, ਬਿੱਲ ਪਾਸ ਹੋ ਜਾਣਾ, ਇਸ ਕਰਕੇ ਤੁਸੀਂ ਨਹੀਂ ਚਾਹੁੰਦੇ ਸੀ ਕਿ ਉਹ ਜਜਮੈਂਟ ਵੀ ਪਾਸ ਹੁੰਦੀ ਹੈ, ਉਹ ਜਜਮੈਂਟ ਜਿੱਥੇ ਜੱਜ ਡਿਸਐਗਰੀ ਕਰਦੇ ਆ ਉਹ ਜਜਮੈਂਟ ਪਾਸ ਹੁੰਦੀ ਹੈ। ਇਦਾਂ ਹੀ ਬਿੱਲ ਤਾਂ ਪਾਸ ਹੋਇਆ, ਲੇਕਿਨ ਇਹਦਾ ਉੱਥੇ ਜੁਡੀਸ਼ਰੀ ਹੁੰਦੀ, ਇੱਥੇ ਕੀ ਸੀਗਾ? ਪਾਰਲੀਮੈਂਟ। ਜੀ, ਪਾਰਲੀਮੈਂਟ ਵਿੱਚ ਹੀ ਪਾਸ ਹੋਇਆ ਨਾ, ਪਾਰਲੀਮੈਂਟ ਵਿੱਚ ਹੀ ਵਿਰੋਧ ਕੀਤਾ ਸੀ, ਇਤਰਾਜ਼ ਵੀ ਉੱਥੇ ਦਰਜ ਹੋ ਗਿਆ। ਬਿਲਕੁਲ ਰਿਕਾਰਡ ਹੋਇਆ ਕਿ ਨਹੀਂ ਹੋਇਆ? ਉਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਇਹ ਗੱਲ ਰਹੇਗੀ ਕਿ ਅਕਾਲੀ ਦਲ ਨੇ CAA ਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੇ ਲਈ ਮੰਗ ਉਠਾਈ ਸੀ। ਇਹ ਗੱਲ ਕਦੇ ਵੀ ਧੋਤੀ ਨਹੀਂ ਜਾਏਗੀ, ਕਿਉਂਕਿ ਰਿਕਾਰਡ ਤੇ ਕਹੀ ਗਈ ਹੈ, ਬਾਹਰ ਆ ਕੇ ਨਹੀਂ ਕਹਿ ਰਹੇ। ਜੇ ਇੱਥੇ ਕੁਝ ਕਹੀਏ, ਜਾ ਕੇ ਲੋਕਾਂ ਨੂੰ ਕੁਝ ਕਹੀਏ, ਉਹ ਗੱਲ ਹੋਰ ਹੁੰਦੀ ਹੈ। ਜੇ ਪਾਰਲੀਮੈਂਟ ਜਿਹਨੇ ਇਹਨੂੰ ਐਕਟ ਪਾਸ ਕੀਤਾ, ਉੱਥੇ ਅਸੀਂ ਕਹਿੰਦੇ ਹਾਂ ਤਾਂ ਰਿਕਾਰਡ ਤੇ ਗੱਲ ਲਿਆਂਦੀ ਗਈ ਹਮੇਸ਼ਾ ਲਈ, ਰਿਕਾਰਡ ਹਿਸਟਰੀ ਵਾਸਤੇ, ਕਿ ਸਿੱਖ ਮੁਸਲਮਾਨ ਭਾਈਚਾਰੇ ਦੇ ਨਾਲ ਖੜੇ ਹੋਏ। ਇਸ ਕਰਕੇ ਅੱਛਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬੜਾ ਲੇਟ ਹੋ ਗਏ ਹੋ? ਮਤਲਬ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ, ਹੁਣ ਇਲੈਕਸ਼ਨ ਆਉਣ ਤੱਕ ਇਹ ਗੱਲ ਬੜਾ ਸਮਾਂ ਆ ਗਿਆ, ਤੁਸੀਂ ਪੋਲੇ ਸ਼ਬਦਾਂ 'ਚ ਕਹਿੰਦੇ ਰਹੇ, ਹੌਲੀ ਹੌਲੀ ਕਹਿੰਦੇ ਰਹੇ ਵੀ ਇਹ ਹੋਣਾ ਚਾਹੀਦਾ, ਪਰ ਅਕਾਲੀ ਦਲ ਦਾ ਕਦੇ ਇਹ ਸਖਤ ਸਟੈਂਡ ਨਹੀਂ ਰਿਹਾ ਕਿ ਇਹਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰੋ, ਨਹੀਂ ਤਾਂ ਅਸੀਂ ਗੱਠਜੋੜ ਵੀ ਤੋੜ ਸਕਦੇ ਹਾਂ, ਨਹੀਂ ਤਾਂ ਅਸੀਂ ਇਲੈਕਸ਼ਨ ਵੀ ਨਹੀਂ ਲੜਾਂਗੇ, ਨਹੀਂ ਤਾਂ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ। ਐਵੇਂ ਦਾ ਸਟੈਂਡ ਕਲੀਅਰ ਪਹਿਲਾਂ ਕਿਉਂ ਨਹੀਂ ਹੋਇਆ? ਹਾਂ, ਮੈਂ ਇਹ ਗੱਲ ਬਿਲਕੁਲ ਸਪਸ਼ਟ ਕਰਨੀ ਚਾਹੁੰਦਾ। ਪਹਿਲਾਂ ਆਪਾਂ ਸਮਝੀਏ ਕਿ ਕਿਸੇ ਵੀ ਕੰਮ ਨੂੰ ਕਰਵਾਉਣ ਦੇ ਲਈ ਤਰੀਕੇ ਹੁੰਦੇ ਆ। ਇੱਕ ਤਰੀਕਾ ਤਾਂ ਇਹ ਹੈ ਕਿ ਮੇਰਾ ਇਹ ਕੰਮ ਕਰੋ, ਨਹੀਂ ਤਾਂ ਮੈਂ ਫਾਂਸੀ ਲੈ ਲਾਂਗਾ, ਉਹਦੇ ਨਾਲ ਤਾਂ ਕੰਮ ਨਹੀਂ ਹੁੰਦਾ। ਮੈਂ ਤੁਹਾਨੂੰ ਬਚਾਉਣਾ ਚਾਹੁੰਦਾ, ਮੈਂ ਖੁਦ ਛਾਲ ਮਾਰ ਕੇ ਤੁਹਾਨੂੰ ਨਹੀਂ ਬਚਾ ਸਕਦਾ। ਤੁਸੀਂ ਦੇਖਿਆ ਹੋਵੇਗਾ ਹਵਾਈ ਜਹਾਜ਼ 'ਚ ਆਪਾਂ ਸਫ਼ਰ ਕਰਦੇ ਹਾਂ ਤਾਂ ਉੱਥੇ ਜਦੋਂ ਪਹਿਲਾਂ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਕਿ ਜੇ ਕੋਈ ਐਮਰਜੈਂਸੀ ਆ ਜਾਏ, ਜਹਾਜ਼ ਕ੍ਰੈਸ਼ ਹੋ ਜਾਏ, ਤਾਂ ਉਹ ਕਹਿੰਦੇ ਨੇ ਪਹਿਲਾਂ ਆਪਣਾ ਮਾਸਕ ਲਾਓ, ਤਾਂ ਹੀ ਨਾਲ ਦੇ ਨੂੰ ਬਚਾਓਗੇ ਨਾ। ਤਾਂ ਅਸੀਂ ਆਪਣਾ ਮਾਸਕ ਲਾਇਆ, ਔਰ ਮਾਸਕ ਲਾ ਕੇ ਪਹਿਲਾ ਕੰਮ ਇਹ ਕੀਤਾ ਕਿ ਮੁਸਲਮਾਨਾਂ ਨੂੰ ਬਚਾਓ। ਪਹਿਲੀ ਗੱਲ ਇਹ ਕਹੀ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਨਾਲ ਲਿਆ, ਔਰ ਖੁੱਲ੍ਹ ਕੇ ਕਹੀ ਹੈ। ਔਰ ਤੁਸੀਂ ਦੇਖਿਆ ਹੋਵੇਗਾ ਹਰਪ੍ਰੀਤ ਜੀ ਕਿ ਅੱਜ ਹਿੰਦੁਸਤਾਨ ਦੇ ਸਾਰੇ ਟੈਲੀਵਿਜ਼ਨਸ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਇੱਕ ਸਹਿਯੋਗੀ ਨੇ ਮੁਸਲਮਾਨ ਭਾਈਚਾਰੇ ਨੂੰ ਨਾਲ ਲਿਆਉਣ ਦੀ ਮੰਗ ਉਠਾਈ ਹੈ। ਜੇ ਅਸੀਂ ਇਦਾਂ ਨਹੀਂ ਕਰਦੇ ਤਾਂ ਇਹ ਗੱਲ ਹਾਈਲਾਈਟ ਨਹੀਂ ਸੀ ਹੋਣੀ। ਅੱਛਾ, ਅਸੀਂ ਤੋੜ ਲੈਂਦੇ। ਦੂਜਾ ਜਿਹੜੀ ਤੇ ਤੁਸੀਂ ਗੱਲ ਕਹਿੰਦੇ ਹੋ ਕਿ ਦੂਜਾ ਕਿ ਅਸੀਂ ਤੋੜ ਲੈਂਦੇ ਤੋੜ ਕੇ ਬਾਹਰ ਬੈਠ ਜਾਂਦੇ, ਤਾਂ ਪਹਿਲੀ ਗੱਲ ਤਾਂ ਸਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਜਾਣਾ ਸੀਗਾ ਕਿ ਅਸੀਂ ਸਿੱਖਾਂ ਨੂੰ ਜਿਹੜੀ ਰਾਹਤ ਦਿੱਤੀ ਗਈ ਹੈ ਉਹਦਾ ਵਿਰੋਧ ਕਿਉਂ ਕਰਕੇ ਆਏ ਹਾਂ। ਕੋਈ ਸਾਡੇ ਕੋਲ ਜਵਾਬ ਨਹੀਂ ਸੀਗਾ। ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ ਕਿ ਅਸੀਂ CAA ਦਾ ਵਿਰੋਧ ਨਹੀਂ ਕਰ ਰਹੇ, CAA ਨੂੰ ਗਲਤ ਨਹੀਂ ਸਮਝ ਰਹੇ, ਅਸੀਂ BJP ਨਾਲ ਸਹਿਮਤ ਹਾਂ। ਹਾਂ, ਦੇਖੋ BJP ਵਾਲੇ ਰੋਜ਼ ਕਹਿੰਦੇ ਨੇ ਕਿ ਜੀ ਇਹ ਤਾਂ ਦੇਖੋ ਇਹ ਵਿਰੋਧ ਇਹਦਾ ਨਜਾਇਜ਼ ਹੋ ਰਿਹਾ, ਇਹ ਤਾਂ ਸਿਟੀਜ਼ਨਸ਼ਿਪ ਦੇਣੇ ਵਾਲਾ ਆ, ਇਹ ਸਿਟੀਜ਼ਨ ਖੋਹਣੇ ਵਾਲਾ ਨਹੀਂ। ਮੈਂ ਕਹਿੰਦਾ ਮੈਂ ਐਗਰੀ ਕਰਦਾ ਕਿ ਸਿਟੀਜ਼ਨਸ਼ਿਪ ਦੇਣੇ ਵਾਲਾ ਆ, ਇਹ ਸਿੱਖਾਂ ਨੂੰ ਵੀ ਸਿਟੀਜ਼ਨਸ਼ਿਪ ਦਿੰਦਾ, ਅਸੀਂ ਸਪੋਰਟ ਕਰਦੇ ਹਾਂ, ਲੇਕਿਨ ਮੁਸਲਮਾਨਾਂ ਨੂੰ ਕਿਉਂ ਨਹੀਂ ਦਿੰਦਾ? ਇਹ ਗੱਲ ਹੈ। ਬੀਜੇਪੀ ਦਾ ਤਰਕ ਵੀ ਤਾਂ ਹੈਗਾ ਨਾ ਕਿ ਜਿਹੜੇ 3 ਕੰਟਰੀ ਸ਼ਾਮਲ ਕੀਤੇ ਗਏ ਨੇ, ਉੱਥੇ ਘੱਟ ਗਿਣਤੀ ਭਾਈਚਾਰਾ ਮੁਸਲਮਾਨ ਨਹੀਂ ਹੈ, ਘੱਟ ਗਿਣਤੀ ਭਾਈਚਾਰਾ ਉਹ 6 ਨੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਤਸ਼ੱਦਦ, ਧਾਰਮਿਕ ਤਸ਼ੱਦਦ ਜਿਹੜਾ ਹੁੰਦਾ ਉਹ ਘੱਟ ਗਿਣਤੀਆਂ ਤੇ ਹੁੰਦਾ, ਬਹੁ ਗਿਣਤੀਆਂ ਨਹੀਂ ਹੁੰਦਾ, ਇਸ ਕਰਕੇ ਅਸੀਂ ਬਹੁ ਗਿਣਤੀ ਨੂੰ ਸ਼ਾਮਲ ਨਹੀਂ ਕੀਤਾ। ਮਤਲਬ ਇਹ ਤਰਕ ਉਹਨਾਂ ਦਾ ਹੈ, ਮੇਰਾ ਨਹੀਂ ਹੈ। ਮੈਂ ਤੁਹਾਨੂੰ ਦੱਸ ਰਿਹਾ ਕਿ BJP ਦਾ ਇਹ ਤਰਕ। ਮੈਂ ਦੱਸਦਾ BJP ਦਾ ਇਹ ਤਰਕ ਬਿਲਕੁਲ ਗਲਤ ਹੈ, ਕਿਉਂਕਿ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਕਿ ਪਾਕਿਸਤਾਨ ਤੋਂ ਤਾਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਆ ਕੇ ਇੱਥੇ ਰਾਹਤ ਲਈ ਹੈ। ਉਹ ਜਿਹੜਾ ਆਪਣੇ ਸਿੰਗਰ ਹੁੰਦੇ ਸੀ ਉਹ ਕੌਣ ਸੀਗੇ? ਅਦਨਾਨ ਸਾਮੀ। ਉਹ ਕੌਣ ਸੀਗੇ? ਮੁਸਲਮਾਨ ਸੀਗੇ, ਸਿੱਖ ਨਹੀਂ ਸੀਗੇ, ਹਿੰਦੂ ਨਹੀਂ ਸੀਗੇ, ਬੁੱਧ ਨਹੀਂ ਸੀ, ਜੈਨ ਨਹੀਂ ਸੀ, ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧ ਸੀ। ਉਹਨਾਂ ਨੇ ਆ ਕੇ ਇੱਥੇ ਸ਼ਰਨ ਕਿਉਂ ਲਈ? ਦੂਜਾ ਤਰਕ ਉਹ ਇਹ ਵੀ ਦਿੰਦੇ ਨੇ ਕਿ ਇਸੇ ਤਰ੍ਹਾਂ ਹੋਰ ਵੀ ਲੈ ਲੈਣ, ਜਿਵੇਂ ਅਦਨਾਨ ਸਾਮੀ ਨੇ ਲਈ ਹੈ ਸ਼ਰਨ। ਨਹੀਂ, ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਸਾਰਿਆਂ ਲਈ ਖੋਲ੍ਹੋ। ਅਸੀਂ ਵੀ ਤਾਂ ਇਹੀ ਬਿਲਕੁਲ ਸਹੀ ਹੈ। ਅਸੀਂ ਤਾਂ ਕਹਿੰਦੇ ਹਾਂ ਜਿੱਦਾਂ ਤੁਸੀਂ ਅਦਨਾਨ ਸਾਮੀ ਨੂੰ ਦੇ ਸਕਦੇ ਹੋ ਤਾਂ ਬਾਕੀ ਸਾਰਿਆਂ ਲਈ ਕਿਉਂ ਨਹੀਂ ਖੋਲ੍ਹ ਰਹੇ? ਅਦਨਾਨ ਸਾਮੀ ਨੂੰ ਦੇ ਸਕਦੇ ਹੋ, ਤਾਰਿਕ ਫਤਿਹ ਹੈ, ਉਹਨੂੰ ਦੇਣ ਨੂੰ ਬੜੇ ਕਾਲੇ ਨੇ, ਉਹ ਲੈਂਦਾ ਨਹੀਂ ਮੇਰੇ ਖਿਆਲ 'ਚ, ਤੇ ਉਹਨੂੰ ਦੇਣ ਨੂੰ ਬੜੇ ਕਾਲੇ ਨੇ ਇਹ, ਤੇ ਕਿਉਂਕਿ ਉਹ ਹਿੰਦੂ ਧਰਮ ਦੀ ਗੱਲ ਕਰਦਾ ਥੋੜ੍ਹੀ ਜਿਹੀ। ਤੇ ਲੇਕਿਨ ਭਾਈ ਵੀਰੇ, ਜੇ ਤੁਸੀਂ ਸਿੱਖ ਵੀਰਾਂ ਨੂੰ ਰਾਹਤ ਦੇ ਰਹੇ ਹੋ ਤਾਂ ਮੁਸਲਿਮ ਵੀਰਾਂ ਨੂੰ ਵੀ ਦਿਓ। ਗੱਲ ਸਿਰਫ ਇੰਨੀ ਹੈ। ਲੇਕਿਨ ਜਹਾਜ਼ ਕ੍ਰੈਸ਼ ਕਰਕੇ ਅਸੀਂ ਮੁਸਲਮਾਨਾਂ ਨੂੰ ਨਹੀਂ ਬਚਾ ਸਕਾਂਗੇ। ਅਸੀਂ ਜਹਾਜ਼ ਦੇ ਪਾਇਲਟ ਦੇ ਨੂੰ ਜ਼ੋਰ ਪਾ ਕੇ ਕਿ ਭਾਈ ਆਹ ਕੰਮ ਕਰ, ਇਹ ਜੋ ਜਜਮੈਂਟ ਦੇ ਵਿੱਚ ਕੀਤਾ ਜਾਂਦਾ, ਅਸੀਂ ਡਿਸੈਂਟਿੰਗ ਨੋਟ ਦੇ ਕੇ ਖੜਿਆਂ ਨਾਲ। ਔਰ ਗੱਲ ਪੂਰੇ ਦੇਸ਼ 'ਚ ਗਈ ਹੈ। ਤੁਸੀਂ ਸਾਰੇ ਟੈਲੀਵਿਜ਼ਨ ਦੇਖੋ ਕਿ ਅਕਾਲੀ ਦਲ ਨੇ ਮੁਸਲਿਮ ਭਾਈਚਾਰੇ ਦੇ ਲਈ, ਦੇਖੋ
ਮੁਸਲਿਮ ਭਾਈਚਾਰੇ ਬਾਰੇ ਅਸੀਂ ਹਾ ਦਾ ਨਾਰਾ ਇਸ ਕਰਕੇ ਨਹੀਂ ਸਿਰ ਮਾਰਦੇ ਕਿ ਉਹਨਾਂ ਨੇ ਸਿੱਖ ਭਾਈਚਾਰੇ ਦੇ ਨਾਲ ਜਿਹੜਾ ਹੈਗਾ ਦੇਖੋ ਹਰਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਉਹ ਮੀਆਂ ਮੀਰ ਜੀ ਨੇ ਰੱਖੀ ਹੈ ਔਰ ਜੋ ਸਾਡੇ ਪੰਜਾਬ ਦੇ ਵਿੱਚ ਮਲੇਰਕੋਟਲਾ ਹੈ ਮਲੇਰਕੋਟਲੇ ਦਾ ਇਤਿਹਾਸ ਜਿਹੜਾ ਐਡਾ ਇਮੋਸ਼ਨਲ ਹੈ ਜਿੱਥੇ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਲਈ ਹਾ ਦਾ ਨਾਰਾ ਜੇ ਕਿਸੇ ਨੇ ਮਾਰਿਆ ਔਰ ਕੱਲੇ ਮੁਸਲਮਾਨਾਂ ਨੇ ਨਹੀਂ ਮਾਰਿਆ ਜੀ ਉੱਥੇ ਭਾਈ ਮਹਿਰਾ ਜੀ ਨੇ ਵੀ ਮਾਰਿਆ ਹਿੰਦੂ ਭਾਈਚਾਰੇ ਦੇ ਬਹੁਤ ਲੋਕਾਂ ਨੇ ਮਾਰਿਆ ਲੇਕਿਨ ਮੁਸਲਿਮ ਭਾਈਚਾਰੇ ਦੇ ਨਵਾਬ ਨੇ ਉਸ ਵੇਲੇ ਦੇ ਰਾਜੇ ਨੂੰ ਵਿਰੋਧ ਕਰਕੇ ਇਹ ਕਿਹਾ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਗਲਤ ਕਰ ਰਹੇ ਹੋ ਉਸ ਕਰਕੇ ਅਸੀਂ ਪੰਜਾਬ ਦੇ ਬੰਦੇ ਹੋ ਕੇ ਅਸੀਂ ਮੁਸਲਿਮ ਭਾਈਚਾਰੇ ਨਾਲ ਅੱਜ ਨਹੀਂ ਖੜਦੇ ਔਰ ਖੜ੍ਹਨ ਦਾ ਤਰੀਕੇ ਦੇ ਫਰਕ ਹੈ ਅਸੀਂ ਕਹਿੰਦੇ ਕੁਝ ਲੋਕ ਕਹਿੰਦੇ ਤੁਸੀਂ ਆਪ ਛਾਲ ਮਾਰ ਕੇ ਮਰ ਜਾਂਦੇ ਅਸੀਂ ਕਹਿੰਦੇ ਮਰਨ ਨਾਲੋਂ ਅਸੀਂ ਜਿਉਂਦੇ ਰਹਿ ਕੇ ਲੜਾਂਗੇ ਔਰ ਅਸੀਂ ਗੱਲ ਆਪਣੀ ਉਠਾਉਂਦੇ ਰਹਾਂਗੇ ਤੁਸੀਂ ਆਧਾਰ ਬਣਾ ਰਹੇ ਹੋ ਜਦਕਿ ਆਧਾਰ ਹੈ ਨਹੀਂ ਮੈਂ ਉਸ ਚੀਜ਼ ਤੇ ਆਣਾ ਤੁਹਾਡੇ ਕੋਲ ਮੈਂ ਦਿੱਲੀ ਇਲੈਕਸ਼ਨ ਤੇ ਆਣਾ ਚਾਹੁੰਦਾ ਤੁਸੀਂ ਮੈਨੂੰ ਦੱਸੋ ਤੁਸੀਂ ਕਹਿੰਦੇ ਹੋ ਆਧਾਰ ਨਹੀਂ ਹੈ ਤੁਸੀਂ ਮੈਨੂੰ ਦੱਸੋ ਸਾਰੀ ਦੁਨੀਆ ਦੇ ਸਾਹਮਣੇ ਅੱਜ ਕਿ ਆਧਾਰ ਕਿੱਦਾਂ ਨਹੀਂ ਹੈ ਨਹੀਂ ਆਧਾਰ ਇਸ ਲਈ ਨਹੀਂ ਹੈ ਕਿਉਂਕਿ ਜੋ ਕਿਹਾ ਜਾ ਰਿਹਾ ਕਿ ਬੀਜੇਪੀ ਨੇ ਤੁਹਾਨੂੰ ਸੀਟਾਂ ਨਹੀਂ ਦਿੱਤੀਆਂ ਕਲੀਅਰ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਨਹੀਂ ਦਿੰਦੇ ਮੇਰੇ ਗੱਲ ਸੁਣੋ ਸਵਾਲ ਇਹ ਮੇਰਾ ਸਵਾਲ ਨਹੀਂ ਅੱਜ ਲੋਕਾਂ ਦਾ ਸਵਾਲ ਹੈ ਉਹਦਾ ਜਵਾਬ ਦਿਓ ਨਾ ਕੀ ਇਹ ਅਜਿਹਾ ਹੋਇਆ ਕਿ ਦਿੱਲੀ ਦੇ ਵਿੱਚ ਤੁਹਾਨੂੰ ਸੀਟਾਂ ਨਹੀਂ ਦਿੱਤੀਆਂ ਗਈਆਂ ਜਿਹੜੀਆਂ ਤੁਸੀਂ ਮੰਗ ਰਹੇ ਸੀ ਜੇ ਤੁਹਾਨੂੰ ਦਿੱਤੀਆਂ ਵੀ ਜਾ ਰਹੀਆਂ ਸੀ ਤਾਂ ਇਹ ਸਾਫ਼ ਕਿਹਾ ਗਿਆ ਕਿ ਕੈਂਡੀਡੇਟ ਭਾਵੇਂ ਤੁਸੀਂ ਲੈ ਲਓ ਪਰ ਚੋਣ ਨਿਸ਼ਾਨ ਸਾਡਾ ਹੋਏਗਾ ਇਸ ਕਰਕੇ ਉਹਨਾਂ ਨੇ ਤੁਹਾਨੂੰ ਅਲੱਗ-ਥਲੱਗ ਕਰ ਦਿੱਤਾ ਅਕਾਲੀ ਦਲ ਦੇ ਕੋਲ ਹੁਣ ਕਹਿਣ ਨੂੰ ਕਰਨ ਨੂੰ ਕੁਝ ਰਿਹਾ ਨਹੀਂ ਅਕਾਲੀ ਦਲ ਨੇ ਸੀਏ ਨੂੰ ਆਧਾਰ ਬਣਾ ਕੇ ਇਹ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਹੁਣ ਜਿਹੜਾ ਸ਼ਾਂਤੀ ਨਾਲ ਗੱਲ ਸੁਣ ਲਓ ਕੀ ਅਕਾਲੀ ਦਲ ਨੇ ਇਹ ਚੋਣਾਂ ਤੋਂ ਬਾਅਦ 'ਚ ਸਟੈਂਡ ਲਿਆ ਕਿ ਚੋਣਾਂ ਤੋਂ ਪਹਿਲਾਂ ਲਿਆ ਇਹ ਤਾਂ ਸਥਿਤੀ ਸਾਫ਼ ਹੋ ਗਈ ਨਾ ਕਿ ਸੀਟਾਂ ਤੁਹਾਨੂੰ ਨਹੀਂ ਮਿਲ ਰਹੀਆਂ ਸੀਟਾਂ ਨਾ ਮਿਲਣ ਕਰਕੇ ਤੁਹਾਨੂੰ ਉਮੀਦਵਾਰ ਦੀਆਂ ਟਿਕਟਾਂ ਨਹੀਂ ਮਿਲੀਆਂ ਉਸ ਤੋਂ ਬਾਅਦ ਕੀਤਾ ਗਿਆ ਮੈਂ ਸੁਣ ਲਈ ਗੱਲ ਤੁਹਾਡੀ ਹੁਣ ਮੇਰੀ ਗੱਲ ਦਾ ਜਵਾਬ ਦਿਓ ਨਾ ਕਿ ਕੀ ਅਕਾਲੀ ਦਲ ਦਾ ਇਹ ਸਟੈਂਡ ਜਿਹੜਾ ਹੈ ਇਹ ਸੀਟਾਂ ਵਾਲੀ ਗੱਲ ਤੋਂ ਪਹਿਲਾਂ ਸੀ ਕਿ ਬਾਅਦ ਸੀ ਕੀ ਅਕਾਲੀ ਦਲ ਨੇ ਪਾਰਲੀਮੈਂਟ ਦੇ ਵਿੱਚ ਸਟੈਂਡ ਪਹਿਲਾਂ ਲਿਆ ਕਿ ਬਾਅਦ 'ਚ ਲਿਆ ਸੀਟਾਂ ਦੀ ਤਾਂ ਉਦੋਂ ਗੱਲ ਹੀ ਨਹੀਂ ਸੀ ਚੋਣ ਦੀ ਤਾਂ ਗੱਲ ਹੀ ਨਹੀਂ ਸੀ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਕਿ ਮੁਸਲਿਮ ਭਾਈਚਾਰੇ ਨੂੰ ਉਹ ਪਹਿਲਾਂ ਲਿਆ ਦੂਜੀ ਗੱਲ ਜੋ ਬੀਜੇਪੀ ਦੀ ਅਸਲੀ ਸਥਿਤੀ ਬਣ ਗਈ ਹੈ ਦੇਖੋ ਪਰਮਾਤਮਾ ਦੇਖਦਾ ਪਰਮਾਤਮਾ ਬੜੇ ਰੰਗ ਦਿਖਾਉਂਦਾ ਇਹ ਦੇਸ਼ ਦਾ ਜਿਹੜੀ ਰੂਹ ਹੈ ਨਾ ਉਹ ਸੈਕੂਲਰ ਹੈ ਇਹਨੂੰ ਜਿੰਨਾ ਮਰਜ਼ੀ ਕੋਈ ਹਿੰਦੂਤਵ ਵੱਲ ਨੂੰ ਜਾਂ ਮੁਸਲਿਮ ਭਾਈਚਾਰੇ ਕਿੱਧਰ ਕੁਛ ਬਣਾਉਣਾ ਚਾਹੇ ਨਹੀਂ ਬਣਨਾ ਇਹ ਦੇਸ਼ ਸੈਕੂਲਰ ਰਹੇਗਾ ਕਿਉਂਕਿ ਰਿਸ਼ੀਆਂ ਮੁਨੀਆਂ ਨੇ ਹਿੰਦੂ ਭਾਈਚਾਰੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਸੂਲ ਆ ਉਹ ਕੀ ਹੈ ਵਿਸ਼ਮਮ ਕੁਟੰਬਮ ਇਹ ਸਾਰੀ ਦੁਨੀਆ ਇੱਕ ਫੈਮਿਲੀ ਹੈ ਤਾਂ ਉਹ ਜੇ ਸਾਰੀ ਦੁਨੀਆ ਫੈਮਿਲੀ ਹੈ ਭਾਈ ਉਹ ਦੁਨੀਆ ਦੇ ਵਿੱਚ ਮੁਸਲਮਾਨ ਭਾਈਚਾਰਾ ਸਾਡਾ ਆ ਉਹ ਵਿਸ਼ਵ ਕੁਟੰਬਮ ਦੇ ਵਿੱਚ ਹੈ ਉਹ ਭਾਈਚਾਰਾ ਅੱਛਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਅੱਜ ਕੀ ਹੋਇਆ ਪੂਰੇ ਦੇਸ਼ ਮਾਹੌਲ ਖੜਾ ਹੋ ਗਿਆ ਅੱਜ ਬੀਜੇਪੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਟਿਕਟਾਂ ਦੇ ਉੱਤੇ ਨੈਗੋਸ਼ੀਏਟ ਕਰਨ ਦੀ ਉਹ ਪੋਜੀਸ਼ਨ 'ਚ ਹੀ ਨਹੀਂ ਹੈਗੇ ਤੁਸੀਂ ਕਹਿੰਦੇ ਹੋ ਨਾ ਘੱਟ ਦਿੰਦੇ ਸੀ ਉਹ ਵੱਧ ਦਿੰਦੇ ਸੀ ਤੇ ਫਿਰ ਤੁਸੀਂ ਇਹ ਗੱਲ ਛੱਡ ਦਿਓ 10 ਸੀਟਾਂ ਲੈ ਲਓ ਮੇਰੀ ਗੱਲ ਸਮਝੋ ਮੈਨੂੰ ਇੱਕ ਛੋਟੀ ਗੱਲ ਮੈਂ ਸਭ ਇੱਕ ਗੱਲ ਦਾ ਜਵਾਬ ਦੇ ਦੋ ਮੈਂ ਸਾਰੀਆਂ ਗੱਲਾਂ ਮੰਨ ਗਿਆ ਇੱਕ ਸੈਂਟੈਂਸ ਪੂਰਾ ਪਹਿਲਾਂ ਬੀਜੇਪੀ ਪ੍ਰੈਸ ਕਾਨਫਰੰਸ ਕਰਦੀ ਹੈ ਬੀਜੇਪੀ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਕਰਦੀ ਹੈ ਕਿ ਅਸੀਂ ਅਕਾਲੀ ਦਲ ਨੂੰ ਟਿਕਟਾਂ ਨਹੀਂ ਦੇ ਰਹੇ ਉਸ ਤੋਂ ਬਾਅਦ ਅਕਾਲੀ ਦਲ ਕਹਿੰਦਾ ਕਿ ਹਾਂ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਤੁਹਾਨੂੰ ਇਹ ਕਿਵੇਂ ਦੀ ਗੱਲ ਹੈ ਨਹੀਂ ਕਦੋਂ ਕਿਹਾ ਬੀਜੇਪੀ ਦੀ ਪ੍ਰੈਸ ਕਾਨਫਰੰਸ ਪਹਿਲਾਂ ਹੋਈ ਬੀਜੇਪੀ ਦੀ ਪ੍ਰੈਸ ਕਾਨਫਰੰਸ ਕਿੱਥੇ ਪਹਿਲਾਂ ਹੋਈ ਬੀਜੇਪੀ ਦਾ ਤਾਂ ਹੁਣ ਤੱਕ ਆ ਰਿਹਾ ਮੇਰੀ ਗੱਲ ਮੈਂ ਸਾਹਿਬ ਬੀਜੇਪੀ ਦੀ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਅਲਾਈਅੰਸ ਅਕਾਲੀ ਦਲ ਨਹੀਂ ਨੇ ਅਸੀਂ ਉਹਨਾਂ ਨੂੰ ਨਹੀਂ ਦੇ ਰਹੇ ਸਾਡੇ ਆ ਅਲਾਈਅੰਸ ਨੇ 2 ਜਿਨ੍ਹਾਂ ਨੂੰ ਅਸੀਂ 3 ਸੀਟਾਂ ਦੇ ਰਹੇ ਹਾਂ ਉਸ ਤੋਂ ਬਾਅਦ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਅਸੀਂ ਇਲੈਕਸ਼ਨ ਨਹੀਂ ਲੜ ਰਹੇ ਸਵਾਲ ਪੂਰਾ ਹੋ ਗਿਆ ਮੈਂ ਗੱਲ ਕਰਾਂ ਹਾਂਜੀ ਬੀਜੇਪੀ ਅੱਜ ਹੁਣ ਦਾ ਘੰਟਾ ਪਹਿਲਾਂ ਤੱਕ ਜੀ ਉਹਨਾਂ ਦੇ ਕਿਹੜੇ ਨੇ ਉਹ ਵਿਜੇ ਗੋਇਲ ਜੀ ਉਹਨਾਂ ਦਾ ਟੀਵੀ ਉੱਤੇ ਆ ਰਿਹਾ ਜਗ ਦੇਖ ਲਓ ਕਿ ਟੀਵੀ ਤੇ ਉਹ ਕੀ ਕਹਿ ਰਹੇ ਨੇ ਕਿ ਅਸੀਂ ਅਕਾਲੀ ਦਲ ਦੇ ਨਾਲ ਰੱਖਣਾ ਚਾਹੁੰਦੇ ਸੀ ਲੇਕਿਨ ਅਕਾਲੀ ਦਲ ਨੇ ਜਿਹੜਾ ਸੀਏ ਦਾ ਸਟੈਂਡ ਲਿਆ ਹੋਇਆ ਇਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਰੱਖਣਾ ਚਾਹੁੰਦੇ ਸੀ ਕਲੀਅਰ ਹੋਇਆ ਕਿ ਨਹੀਂ ਹੋਇਆ ਜੇ ਬੀਜੇਪੀ ਦਾ ਵਿਜੇ ਗੋਇਲ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਰੱਖਣਾ ਚਾਹੁੰਦੇ ਸੀ ਔਰ ਜੇ ਅਕਾਲੀ ਦਲ ਸੀਏ ਨੂੰ ਛੱਡ ਦਿੰਦਾ ਗੱਲ ਕੀ ਹੋਈ ਹੈ ਹਰਪ੍ਰੀਤ ਜੀ ਸਮਝੋ ਪਲੀਜ਼ ਪੋਲਿਟਿਕਸ ਕੀ ਹੈ ਪੋਲਿਟਿਕਸ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਅੱਜ ਕੱਲ੍ਹ ਜਿਹੜੀ ਪੋਲਿਟਿਕਸ ਕਰ ਰਹੀ ਹੈ ਉਹਦੇ ਵਿੱਚ ਘੱਟ ਗਿਣਤੀਆਂ ਨੂੰ ਉਹ ਥੋੜਾ ਜਿਹਾ ਇਦਾਂ ਸਭ ਨੂੰ ਪਤਾ ਹੈ ਜੀ ਮੈਂ ਅਕਾਲੀ ਦਲ ਨੂੰ ਹੁਣ ਸਮਝ ਆ ਗਈ ਨਹੀਂ ਅਕਾਲੀ ਦਲ ਨੂੰ ਪਹਿਲਾਂ ਸਮਝ ਆ ਅਕਾਲੀ ਦਲ ਕੱਲਾ ਘੱਟ ਗਿਣਤੀਆਂ ਦਾ ਨੁਮਾਇੰਦਾ ਹੈ ਇਸ ਵੇਲੇ ਸਰਕਾਰ ਦੇ ਵਿੱਚ ਔਰ ਘੱਟ ਗਿਣਤੀਆਂ ਬਾਰੇ ਆਵਾਜ਼ ਉਠਾ ਰਿਹਾ ਜਿਆਦਾ ਤੁਸੀਂ ਕਹੋ ਅਸੀਂ ਕੈਬਨਿਟ 'ਚ ਰਹਿ ਕੇ ਆਵਾਜ਼ ਦੱਬੀ ਜੀ ਕਿਉਂ ਨਹੀਂ ਦੱਬੀ ਕਿਉਂ ਆ ਖੁੱਲ ਕੇ ਕਹੋ ਫਿਰ ਤੁਸੀਂ ਜੇ ਉਹਨਾਂ ਨੇ ਬੀਜੇਪੀ ਨੇ ਤੁਹਾਨੂੰ ਦਿੱਲੀ 'ਚ ਨਕਾਰਤਾ ਤੁਸੀਂ ਪੰਜਾਬ 'ਚ ਨਕਾਰੋ ਫਿਰ ਉਹਨਾਂ ਨੂੰ ਕੀ ਬਣਿਆ ਕੀ ਹੋਇਆ ਬਣਿਆ ਇਹ ਆਧਾਰ ਹੀ ਬਣਿਆ ਅੱਜ ਕੱਲ੍ਹ ਨਾ ਸੋਚ ਇਹ ਬਣੀ ਹੋਈ ਹੈ ਕਿ ਅਪੋਜ਼ ਕਰਨ ਦਾ ਤਰੀਕਾ ਹੈ ਕਿ ਆਪ ਫਾਹਾ ਟੰਗ ਲਓ ਉਹ ਨਹੀਂ ਹੁੰਦਾ ਅਸੀਂ ਕੈਬਨਿਟ 'ਚ ਬੈਠੇ ਹਾਂ ਅਸੀਂ ਕਹਿ ਰਹੇ ਮੁਸਲਮਾਨਾਂ ਨੂੰ ਸ਼ਾਮਲ ਕਰੋ ਜੇ ਬੀਜੇਪੀ ਨੂੰ ਬੁਰਾ ਲੱਗ ਰਿਹਾ ਤਾਂ ਕੱਢ ਦੇਣ ਸਾਨੂੰ ਮੈਂ ਦਾਅਵੇ ਨਾਲ ਕਹਿ ਰਿਹਾ ਜੇ ਉਹਨਾਂ ਨੂੰ ਲੱਗਦਾ ਕਿ ਬੀਬੀ ਹਰਸਿਮਰਤ ਕੌਰ ਅੰਦਰ ਬਾਦਲ ਬੈਠੀ ਤੁਸੀਂ ਨਹੀਂ ਛੱਡੋਗੇ ਅਸੀਂ ਕਿਉਂ ਛੱਡੀਏ ਅਸੀਂ ਲੋਕਾਂ ਦੇ ਨੁਮਾਇੰਦੇ ਦੇ ਤੌਰ ਤੇ ਘੱਟ ਗਿਣਤੀਆਂ ਦੇ ਨੁਮਾਇੰਦੇ ਦੇ ਤੌਰ ਤੇ ਉੱਥੇ ਖੜੇ ਹਾਂ ਔਰ ਅਸੀਂ ਘੱਟ ਗਿਣਤੀਆਂ ਨੂੰ ਕਿਉਂ ਧੋਖਾ ਦਈਏ ਰੋਸ ਦਰਜ ਕਰਾਓ ਤੁਸੀਂ ਛੱਡ ਕੇ ਹੋਰ ਕੀ ਕਰ ਰਹੇ ਹਾਂ ਅਸੀਂ ਹੋਰ ਕੀ ਕਰ ਰਹੇ ਹਾਂ
ਅਸੀਂ ਰੋਸ ਹੀ ਤਾਂ ਮਤਲਬ ਨਹੀਂ ਕਰ ਮੈਂ ਮੰਨ ਕੇ ਚੱਲਾਂ ਕਿ ਸਟੈਪ ਬਾय ਸਟੈਪ ਹੈ, ਇਸ ਤੋਂ ਬਾਅਦ ਰੋਸ ਹੋਰ ਵੱਡਾ ਵੀ ਹੋ ਮੈਂ ਸਕਦਾ। ਕਹਿੰਦਾ ਰੋਸ ਤਾਂ ਦੇਖੋ, ਰੋਸ ਇੱਕ ਘੱਟ ਨਹੀਂ ਹੈ। ਰੋਸ ਇਹ ਹੈ ਕਿ ਅਸੀਂ ਖੁੱਲ੍ਹੇਆਮ ਆਪਣੀ ਗੱਲ ਕਹਿ ਰਹੇ ਹਾਂ, ਕੈਬਨਿਟ ਦੇ ਵਿੱਚ ਰਹਿ ਕੇ ਕਹਿ ਰਹੇ ਹਾਂ, ਔਰ ਕੈਬਨਿਟ 'ਚ ਕਲੈਕਟਿਵ ਰਿਸਪੌਂਸਿਬਿਲਟੀ ਦੀ ਗੱਲ ਹੁੰਦੀ ਹੈ ਨਾ। ਉਹਨਾਂ ਨੂੰ ਇਹ ਲੱਗਦਾ ਕਿ ਅਕਾਲੀ ਦਲ ਸਾਡੇ ਸਟੈਂਡ ਦੇ ਖਿਲਾਫ ਬੋਲ ਰਿਹਾ, ਖੁੱਲ੍ਹ ਕੇ ਬੋਲ ਰਿਹਾ, ਸਾਡਾ ਪ੍ਰਧਾਨ ਬੋਲ ਰਿਹਾ, ਠੀਕ ਹੈ ਨਾ। ਬੀਬਾ ਹਰਸਿਮਰਤ ਕੋ ਪ੍ਰਧਾਨਤਾ ਤੋਂ ਵੱਡੀ ਨਹੀਂ। ਜੀ ਜੀ ਜੀ। ਜੋ ਮਰਜੀ ਦੇਖੋ ਜੀ, ਗੱਲ ਲੋਕ ਕਹਿਣ, ਗੱਲ ਅਸਲ 'ਚ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਔਰ ਇਹਨੂੰ ਵੀਕ ਕਰਨ ਦੀ ਕੋਸ਼ਿਸ਼ ਕਿਉਂ ਹੁੰਦੀ ਹੈ ਕਿ ਇਹਨਾਂ ਨੂੰ ਵੀਕ ਕਰ ਲਓ, ਬਾਹਰ ਸਿੱਖਾਂ ਨਾਲ ਜੋ ਮਰਜੀ ਕਰ ਲਿਓ। ਤੇ ਇਹਨੂੰ ਵੀਕ ਕਰਨ ਦਾ ਤਰੀਕਾ ਕੀ ਹੈ? ਇਹ ਤਾਂ ਜੀ ਬਾਦਲਾਂ ਦੀ ਪਾਰਟੀ ਹੈ, ਇਹ ਤਾਂ ਫਲਾਨਿਆਂ ਦੀ ਪਾਰਟੀ ਹੈ, ਇਹਨੇ ਆਹ ਕੀਤਾ। ਇਹ ਸਾਰੇ ਹੱਥ ਕੰਡੇ ਜਿਹੜੇ ਨੇ ਨਾ, ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਨੂੰ ਕਮਜ਼ੋਰ ਕਰਨ ਕਰਕੇ ਹੋ ਰਹੇ ਆ। ਸਾਡੇ ਕੁਝ ਬੰਦਿਆਂ ਨੂੰ ਪਰ ਗਲਾਇਆ ਜਾਂਦਾ। ਅੱਛਾ ਇੱਕ ਗੱਲ ਦੱਸੋ, ਤੁਸੀਂ ਆਪਣੀ ਕਮਜ਼ੋਰੀ ਖੁਦ ਨਹੀਂ ਦਿਖਾ ਰਹੇ? ਤੁਸੀਂ ਦਿੱਲੀ 'ਚ ਇਲੈਕਸ਼ਨ ਕਿਉਂ ਨਹੀਂ ਲੜ ਰਹੇ? ਮਤਲਬ ਤੁਸੀਂ ਬੀਜੇਪੀ ਨਾਲ ਇਲੈਕਸ਼ਨ ਨਹੀਂ ਲੜ ਰਹੇ, ਬੀਜੇਪੀ ਨਾਲ ਗੱਠਜੋੜ ਨਹੀਂ ਹੋਇਆ ਜੀ, ਅਸੀਂ ਇਲੈਕਸ਼ਨ ਨਹੀਂ ਲੜਨੀ, ਇਹਦਾ ਮਤਲਬ ਬੀਜੇਪੀ ਤੋਂ ਬਿਨਾਂ ਤੁਸੀਂ ਕੁਝ ਨਹੀਂ ਹੋ? ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ ਦਿੱਲੀ ਦੇ ਵਿੱਚ? ਮੇਰੀ ਗੱਲ ਸਮਝੋ, ਸਿੱਖ ਭਾਈਚਾਰਾ ਤਰਾਈ ਵਿੱਚ ਵੀ ਰਹਿੰਦਾ, ਸਿੱਖ ਭਾਈਚਾਰਾ ਮਹਾਰਾਸ਼ਟਰ ਵਿੱਚ ਵੀ ਰਹਿੰਦਾ, ਸਿੱਖ ਭਾਈਚਾਰਾ ਕਲਕੱਤੇ ਵਿੱਚ ਵੀ ਰਹਿੰਦਾ। ਉਹਦੇ ਨਾਲ ਕੀ ਫਰਕ? ਮੇਰੀ ਬੇਨਤੀ ਸੁਣੋ। ਹਾਂਜੀ, ਮੈਨੂੰ ਗੱਲ ਪੂਰੀ ਕਰਨ ਦਿਓ ਜੀ। ਕੱਲ ਨੂੰ ਲੋਕ ਕਹਿਣਗੇ ਕਿ ਤੁਸੀਂ ਕਲਕੱਤੇ 'ਚ ਕਿਉਂ ਨਹੀਂ ਲੜ ਰਹੇ, ਮਹਾਰਾਸ਼ਟਰ 'ਚ ਕਿਉਂ ਨਹੀਂ ਲੜ ਰਹੇ? ਕਿਉਂਕਿ ਤੁਸੀਂ ਉੱਥੇ ਲੜਦੇ ਨਹੀਂ ਨਾ। ਤੁਸੀਂ ਦਿੱਲੀ 'ਚ ਲੜਦੇ ਆਏ ਹੋ। ਦਿੱਲੀ 'ਚ ਲੜਦੇ ਆਏ ਹੋ ਨਾ ਬੈਂਸ ਸਾਹਿਬ, ਇਸ ਲਈ ਕਹਿ ਰਹੇ ਹਾਂ। ਦਿੱਲੀ 'ਚ ਲੜ ਕੇ ਆਏ ਆ ਤਾਂ ਸਾਡਾ ਜੋ ਸਾਡੀ ਸਟ੍ਰੈਟਜੀ ਹੈ ਉਹ ਇਹ ਦੱਸਦੀ ਹੈ ਕਿ ਬਜਾਏ ਅਸੀਂ ਕੋਈ ਸੀਟ ਲੜ ਕੇ ਹਾਰਨ ਨਾਲੋਂ ਅਸੀਂ ਖੁੱਲ੍ਹ ਕੇ ਜਿਹੜੀ ਆਪਣੀ ਗੱਲ ਕਰੀਏ ਔਰ ਇਹ ਕਹੀਏ ਕਿ ਅਸੀਂ ਅਕਾਲੀ ਦਲ ਨੂੰ ਇਹ ਲੱਗਦਾ ਕਿ ਜਿੱਤ ਨਹੀਂ ਸਕਦੇ ਦਿੱਲੀ। ਮੈਂ ਕਹਿੰਦਾ ਇਹ ਸਾਡਾ ਸਟ੍ਰੈਟਜੀ, ਕਿ ਤੁਹਾਨੂੰ ਇਹ ਲੱਗਦਾ ਕਿ ਹਾਰਨ ਦੀ ਬਜਾਏ ਇਟ ਮੀਨਸ ਅਕਾਲੀ ਦਲ ਹਥਿਆਰ ਸੁੱਟ ਚੁੱਕਾ ਕਿ ਦਿੱਲੀ ਜਿੱਤ ਨਹੀਂ ਸਕਦੇ। ਨਹੀਂ, ਮੈਂ ਕਹਿੰਦਾ ਕਿ ਇਹ ਇੱਕ ਸਟ੍ਰੈਟੇਜਿਕ ਡਿਸੀਜਨ ਹੁੰਦਾ ਹੈ ਕਿ ਕਦੋਂ ਲੜਨਾ। ਔਰ ਤੁਹਾਨੂੰ ਕੀ ਪਤਾ ਇਹ ਫਾਈਨਲ ਡਿਸੀਜਨ ਅਜੇ ਫਾਈਨਲ ਡਿਸੀਜਨ ਤਾਂ ਕੱਲ ਨੂੰ ਹੋਣਾ ਹੈ। ਇਹ ਤਾਂ ਅਜੇ ਉਹਨਾਂ ਨੇ ਉੱਥੇ ਅਨਾਉਂਸ ਕਰਤਾ ਕਿ ਅਸੀਂ, ਔਰ ਕੀ ਪਤਾ, ਦੇਖੋ ਤੁਹਾਨੂੰ ਸੱਚੀ ਗੱਲ ਦੱਸਾਂ, ਰੱਬ ਦੇ ਰੰਗ ਬੜੇ ਨਿਆਰੇ ਹੁੰਦੇ ਆ। ਕੀ ਪਤਾ ਕਿ ਖਾਲਸਾ ਪੰਥ ਇਸ ਗੱਲ ਦੇ ਲਈ ਜ਼ਿੰਮੇਵਾਰ ਬਣੇ ਕਿ CAA ਦੇ ਵਿੱਚ ਚੇਂਜ ਆਈ, ਫਿਰ ਸਾਰੇ ਮੰਨੋਗੇ? ਕਿਸੇ ਨਾ ਕਿਸੇ ਦਿਨ ਤਾਂ ਗੱਲ ਮੰਨਣੀ ਪੈਣੀ ਹੈ, ਔਰ ਉਸ ਲਈ ਫਿਰ ਕਹਿਣਾ ਪੈਣਾ ਕਿ ਸਭ ਤੋਂ ਪਹਿਲਾਂ ਆਵਾਜ਼ ਕਿਹਨੇ ਉਠਾਈ ਸੀ। ਜਿੱਦਾਂ ਅੱਜ ਅਸੀਂ ਕਹਿੰਦੇ ਆ ਨਾ ਕਿ ਹਾ ਦਾ ਨਾਰਾ ਮਲੇਰਕੋਟਲੇ ਵਾਲਿਆਂ ਨੇ ਮਾਰਿਆ ਸੀ, ਤੇ ਕੱਲ੍ਹ ਇਹ ਗੱਲ ਕਹਿਣੀ ਪੈ ਗਈ ਅਕਾਲੀ ਦਲ ਨੇ ਹਾ ਦਾ ਨਾਮ ਮਾਰਿਆ ਸੀ, ਔਰ ਇਹ ਗੱਲ ਤਾਂ ਕਰਨੀ ਪੈਣੀ ਹੈ। ਤੁਹਾਨੂੰ ਮੈਂ ਅੱਜ ਦੱਸਾਂ, ਅੱਜ ਕਰਨ, ਕੱਲ ਕਰਨ, ਪਰਸੋਂ ਕਰਨ, ਇੱਧਰੋਂ ਕਰਨ, ਇਹ CAA ਨੂੰ ਅਮੈਂਡ ਕਰਨਾ ਹੀ ਪੈਣਾ। ਔਰ ਉਦੋਂ ਇਹ ਗੱਲ ਰਿਕਾਰਡ ਤੇ ਆਣੀ ਆ ਕਿ ਇਹਨੂੰ ਵਿਰੋਧ ਕਿਹਨੇ ਕੀਤਾ ਸੀ, ਸਰਕਾਰ ਦੇ ਵਿੱਚ ਰਹਿ ਕੇ ਕਿਹੜੀ ਇਕੱਲੀ ਪਾਰਟੀ ਸੀ ਜਿਹਨੇ ਵਿਰੋਧ ਕੀਤਾ। ਸੋ ਬੈਂਸ ਸਾਹਿਬ ਨਾਲ ਗੱਲਬਾਤ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬੀਜੇਪੀ ਅਕਾਲੀ ਗੱਠਜੋੜ ਜਿਹੜਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਉਹ 9 ਮਾਸ ਦੇ ਰਿਸ਼ਤੇ ਦੇ ਵਿੱਚ ਕਿਉਂ ਤਰੇੜ ਆ ਗਈ ਹੈ, ਇਸ ਬਾਰੇ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਮੌਜੂਦ ਨੇ HS ਬੈਂਸ ਸਾਹਿਬ। ਅੱਛਾ ਬੈਂਸ ਸਾਹਿਬ, ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ, ਹਰਿਆਣਾ ਦੇ ਵਿੱਚ ਵੀ ਤੁਸੀਂ ਅਲੱਗ ਹੋ ਕੇ ਇਲੈਕਸ਼ਨ ਲੜੀ, ਹਰਿਆਣਾ ਦੇ ਵਿੱਚ ਤੁਸੀਂ ਆਪਣੀ ਪਾਰਟੀ ਤੇ ਉਮੀਦਵਾਰਾਂ ਦਾ ਹਾਲ ਦੇਖ ਲਿਆ, ਅਕਾਲੀ ਦਲ ਨੂੰ ਇਹ ਪਤਾ ਲੱਗ ਗਿਆ ਕਿ ਬੀਜੇਪੀ ਤੋਂ ਬਿਨਾਂ ਸਾਡੀ ਦਾਲ ਗਲਣੀ ਨਹੀਂ, ਇਸ ਕਰਕੇ ਦਿੱਲੀ 'ਚ ਇਲੈਕਸ਼ਨ ਨਹੀਂ ਲੜ ਰਹੇ। ਨਹੀਂ, ਇਹ ਦੇਖੋ, ਇਹ ਜਿਹੜੀ ਹੁੰਦਾ ਨਾ ਵੀ ਕਿੱਥੇ ਅਸੀਂ ਜਿੱਤਦੇ ਹਾਂ। ਦੇਖੋ ਪੰਜਾਬ ਦੇ ਵਿੱਚ ਸਾਡੀ ਪਿਛਲੀ ਇਲੈਕਸ਼ਨ 'ਚ ਅੱਛੀ ਪਰਫਾਰਮੈਂਸ ਨਹੀਂ ਰਹੀ, ਕਈ ਵਾਰੀ ਹੁੰਦਾ ਹੈ ਇੱਦਾਂ, ਇਹ ਪੋਲੀਟੀਕਲ ਡਿਸੀਜਨ ਹੁੰਦੇ ਆ। ਇਹ ਐਡਾ ਨਹੀਂ ਦੇਖੀ ਤੁਹਾਨੂੰ ਜਿੱਤੇ ਹਾਰੇ, ਗੱਲ ਇਹ ਖੜੇ ਕਿੱਥੇ ਹੋ ਤੁਸੀਂ? ਕੀ ਜੇ ਪਿਛਲੀ ਅਸੀਂ ਚੋਣ ਪੰਜਾਬ 'ਚ ਹਾਰ ਗਏ ਤਾਂ ਅਰਥ ਇਹ ਹੋ ਗਿਆ ਵੀ ਅਸੀਂ ਆਪਣਾ ਸਟੈਂਡ ਚੇਂਜ ਕਰਕੇ ਦੇਖੀਏ। ਹੁਣ ਸਟੈਂਡ ਤਾਂ ਸਾਡਾ ਅੱਜ ਵੀ ਉਹੀ ਹੈ ਕਿ ਬਿਜਲੀ ਪਾਣੀ ਦਿਓ, ਦਲਿਤਾਂ ਨੂੰ ਸਹੂਲਤਾਂ ਦਿਓ, ਸਾਰਿਆਂ ਨੂੰ, ਸਟੂਡੈਂਟਸ ਨੂੰ ਦਿਓ। ਅੱਜ ਸਟੈਂਡ ਤਾਂ ਸਾਡਾ ਅੱਜ ਵੀ ਉਹੀ ਹੈ, ਸਾਡਾ ਅੱਜ ਵੀ ਉਹੀ ਹੈ ਕਿ ਸਿੱਖਾਂ ਦੇ ਨਾਲ ਸਾਡੀ ਜਿਹੜੀ ਹੈਗੀ ਹੈ, ਜਿਹੜੀ ਅਸੀਂ ਨੁਮਾਇੰਦਾ ਤੌਰ 'ਤੇ ਗੱਲ ਕਰਨੀ ਹੈ ਉਹ ਕਰੀਏ। ਪਰ ਕਈ ਵਾਰੀ ਹੁੰਦਾ ਹੈ ਅਸੀਂ ਗੱਲ ਕਨਵੇ ਨਹੀਂ ਕਰ ਪਾਉਂਦੇ, ਰਿਜ਼ਲਟ ਅੱਛੇ ਨਹੀਂ ਆਉਂਦੇ, ਤੇ ਉਸ ਵੇਲੇ ਕਈ ਵਾਰੀ ਤੁਹਾਨੂੰ ਟੈਕਟੀਕਲ ਰਿਟਰੀਟ ਕੀ ਕਹਿੰਦੇ ਆ, ਕੀ ਹੁੰਦੀ ਹੈ, ਜਦੋਂ ਫੌਜਾਂ ਜਾਣ ਬੁੱਝ ਕੇ ਪਿੱਛੇ ਹਟਦੀਆਂ ਨੇ ਤਾਂ ਕਿ ਦੂਜੇ ਪਾਸਿਓਂ ਵਧਿਆ ਜਾ ਸਕੇ। ਕਈ ਵਾਰੀ ਤਾਂ ਹੁੰਦਾ ਹੈ। ਅੱਛਾ, ਫਿਰ ਇਹ ਨਹੀਂ ਲੱਗਦਾ ਕਿ ਹਾਲ ਫਿਲਹਾਲ ਦੇ ਵਿੱਚ ਜੋ ਕੁਝ ਵੀ ਬੀਜੇਪੀ ਦੇ ਅੰਦਰ ਹੋ ਰਿਹਾ ਜਾਂ ਬੀਜੇਪੀ ਤੋਂ ਬਾਹਰ ਪਾਰਟੀਆਂ ਦੇ ਨਾਲ ਹੋ ਰਿਹਾ, ਉਹਦੇ ਵਿੱਚੋਂ ਬੀਜੇਪੀ ਨੂੰ ਲੱਗ ਰਿਹਾ ਕਿ ਹੁਣ ਅਕਾਲੀ ਦਲ ਸਾਡੇ ਲਈ ਲਾਇਬਿਲਿਟੀ ਬਣ ਚੁੱਕਾ ਐਸੈਟਸ ਦੇ ਬਜਾਏ? ਕਿਸੇ ਵੇਲੇ ਐਸੈਟਸ ਹੋ ਸਕਦਾ ਸੀਗਾ, ਪੰਜਾਬ 'ਚ ਹੋ ਸਕਦਾ ਤੁਸੀਂ ਐਸੈਟਸ ਹੋਵੋ, ਪਰ ਦਿੱਲੀ ਜਾਂ ਹਰਿਆਣਾ ਦੇ ਵਿੱਚ ਤੁਸੀਂ ਲਾਇਬਿਲਿਟੀ ਹੋ, ਇਸ ਕਰਕੇ ਤੁਹਾਨੂੰ ਸੀਟਾਂ। ਜੇ ਦਿੱਲੀ 'ਚ ਉਹਨਾਂ ਨੂੰ ਅਸੀਂ ਲਾਇਬਿਲਿਟੀ ਲੱਗਦੇ ਹੁੰਦੇ ਤਾਂ ਸਾਡੇ ਨਾਲ ਗੱਲ ਹੀ ਕਿਉਂ ਕਰਦੇ? ਫਿਰ ਗੱਲਬਾਤ ਤਾਂ ਹੋਈ ਹੈ ਨਾ, ਗੱਲਬਾਤ ਜੇ, ਪਰ ਮੇਰੀ ਗੱਲ ਗੱਲਬਾਤ ਹਾਲੇ ਤੱਕ ਸਾਹਮਣੇ ਨਹੀਂ ਆਈ। ਸਾਹਮਣੇ ਸਿਰਫ ਜਿਹੜੀਆਂ ਗੱਲਾਂ ਉਹ ਆ ਰਹੀਆਂ ਕਿ ਸਹਿਮਤੀ ਨਹੀਂ ਬਣ ਪਾਈ, ਸੀਟਾਂ ਤੇ ਸਹਿਮਤੀ ਨਹੀਂ ਬਣ ਪਾਈ। ਇੱਕ ਮਿੰਟ ਲਈ ਤੁਹਾਡੀ ਗੱਲ ਹੀ ਮੰਨ ਲੈਣਾ, ਮੈਂ ਕਹਿੰਦਾ ਸੀਟਾਂ ਬਾਰੇ ਹੀ ਗੱਲ ਹੋਈ। ਜੇ ਸੀਟਾਂ ਬਾਰੇ ਗੱਲ ਹੋਈ ਤਾਂ ਮਤਲਬ ਉਹਨਾਂ ਨੂੰ ਲੱਗਦਾ ਹੈ ਨਾ ਕਿ ਨਾਲ ਰੱਖ ਕੇ ਸੀਟਾਂ ਲੜੀਆਂ ਤੇ ਜਿੱਤ ਸਕਦੇ ਆ। ਇਹਦਾ ਮਤਲਬ ਸਾਨੂੰ ਲਾਇਬਿਲਿਟੀ ਤਾਂ ਨਹੀਂ ਨਾ ਮੰਨਦੇ, ਐਸੈਟ ਮੰਨਦੇ ਆ। ਇਹ ਤਾਂ ਗੱਲ ਕਲੀਅਰ ਹੈ ਨਾ। ਇਹ ਗੱਲ ਅਲੱਗ ਹੈ ਕਿ ਐਸੈਟ, ਅਸਲੀ ਗੱਲ ਕੀ ਹੈ ਹਰਪ੍ਰੀਤ ਜੀ, ਪਲੀਜ਼ ਮੈਂ ਗੱਲ ਕਹਿਣੀ ਨਹੀਂ ਸੀ ਚਾਹੁੰਦਾ ਪਰ ਤੁਸੀਂ ਕਹਾ ਲਈ। ਅਸਲੀ ਗੱਲ ਕੀ ਹੈ ਕਿ ਅਸੀਂ ਜਦੋਂ ਦਿੱਲੀ ਵਿੱਚ ਚੋਣ ਲੜਦੇ ਹਾਂ ਤੇ ਸਾਨੂੰ ਤਾਂ CAA ਦੇ ਬਾਰੇ ਗੱਲ ਕਰਨੀ ਹੀ ਪੈਣੀ ਹੈ ਕਿ ਮੁਸਲਿਮ ਭਾਈਚਾਰੇ ਨੂੰ ਨਾਲ ਲਿਆਓ। ਹੁਣ ਬੀਜੇਪੀ ਨੂੰ ਇਹ ਲੱਗਦਾ, ਔਰ ਅਸੀਂ ਇਹ ਗੱਲ ਹੁਣ ਵੀ ਕਰਨੀ ਆ, ਚੋਣ ਲੜੀਏ ਨਾ ਲੜੀਏ, ਬਾਅਦ 'ਚ ਅਸੀਂ ਨਹੀਂ ਕੀਤੀ, ਅੱਜ ਨਹੀਂ ਕਰਾਂਗੇ, ਕੱਲ ਨੂੰ ਫਿਰ ਬੀਜੇਪੀ ਪ੍ਰਚਾਰ 'ਚ CAA ਦੀ ਹਾਮੀ ਭਰੇਗੀ ਤੇ ਅਕਾਲੀ ਦਲ ਬੀਜੇਪੀ ਦੇ ਪ੍ਰਚਾਰ 'ਚ ਉਹਦੇ ਅਗੇਂਸਟ ਬੋਲੇਗਾ ਜਾਂ ਤਰਮੀਮ ਲਈ ਬੋਲੇਗਾ। ਗੱਲ ਪਲੀਜ਼ ਸੁਣਿਓ,
ਹੋਇਆ। ਇਹ ਅਸਲੀਅਤ ਆ ਜਿਹੜੀ ਹੁਣ ਤੁਹਾਨੂੰ ਦੱਸਣ ਲੱਗਾ, ਲੇਕਿਨ ਹਾਲਾਂਕਿ ਮੈਂ ਇੱਦਾਂ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਜ਼ਿੰਮੇਵਾਰ ਸਪੋਕਸਮੈਨ ਦੇ ਤੌਰ ਦੇ ਉੱਤੇ, ਲੇਕਿਨ ਅਸਲੀਅਤ ਇਹ ਕਿ ਬੀਜੇਪੀ ਦੇ ਵਿੱਚ ਕੁਝ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਇੱਕ ਅਜਿਹੀ ਪਾਰਟੀ ਜਿਹੜੀ ਪੰਥ ਦੀ ਤਾਂ ਗੱਲ ਕਰਦੀ ਹੈ ਜੀ, ਤੇ ਅੱਜ ਮੁਸਲਮਾਨਾਂ ਦੀ ਵੀ ਗੱਲ ਕਰ ਰਹੀ ਹੈ ਜ਼ੋਰ ਨਾਲ, ਤੇ ਜੇ ਇਹ ਪਾਰਟੀ ਅਸੀਂ ਉੱਥੇ ਸੀਏਏ ਦਾ ਸਟੈਂਡ ਬਣਾਇਆ ਹੋਇਆ, ਉਹਨਾਂ ਨੇ ਸੀਏਏ ਦਾ ਸਟੈਂਡ ਬਣਾਇਆ ਹੋਇਆ ਕਿ ਅਸੀਂ ਤਾਂ ਜੀ ਆਹੀ ਕਰਨਾ, ਅਸੀਂ ਤਾਂ ਬਦਲਾਂਗੇ ਨਹੀਂ। ਅੱਜ ਵੀ ਉਹ ਅਮਿਤ ਸ਼ਾਹ ਜੀ ਕਹਿ ਰਹੇ ਇਹ ਉਹ ਚੱਕ ਦਾਂਗੇ ਫੱਟੇ ਫਲਾਣਾ ਬਣਾਣਾ। ਅਮਿਤ ਸ਼ਾਹ ਜੀ ਇਦਾਂ ਨਹੀਂ ਹੋਣਾ ਹੈ, ਫੱਟੇ ਨਹੀਂ ਚੱਕੇ ਜਾਂਦੇ ਹੁੰਦੇ, ਮੁਲਕ ਵੱਡਾ ਹੁੰਦਾ, ਤੁਸੀਂ ਨਹੀਂ ਵੱਡੇ। ਮੁਲਕ ਇਸ ਵੇਲੇ ਕੀ ਕਹਿ ਰਿਹਾ ਹੈ ਉਹ ਸਾਹਮਣੇ ਦਿਸਦਾ, ਲੇਕਿਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਕਾਲੀ ਦਲ ਇਸ ਵੇਲੇ ਸਾਡੇ ਨਾਲ ਰਹਿ ਕੇ ਚੱਲੇਗਾ ਤਾਂ ਫਿਰ ਉਹਨਾਂ ਨੂੰ ਨੁਕਸਾਨ ਹੋਏਗਾ। ਫਿਰ ਉਹ ਬਹਾਨੇ ਜਿਹੜੇ ਮਰਜ਼ੀ ਬਣਾ ਲੈਣ ਕਿ ਜੀ ਸੀਟਾਂ ਦੀ ਗੱਲ ਫਲਾਣਾ ਜੇ ਗੱਲ, ਅਸਲੀ ਗੱਲ ਇਹ ਹੈ ਕਿ ਉਹਨਾਂ ਨੂੰ ਸਾਡਾ ਸਟੈਂਡ ਪੁੱਗ ਨਹੀਂ ਰਿਹਾ। ਨਹੀਂ ਪੁੱਗ ਰਿਹਾ ਤਾਂ ਸਾਨੂੰ ਵੀ ਫਿਰ ਅਸੀਂ ਸਟੈਂਡ ਤਾਂ ਬਦਲਣਾ ਨਹੀਂ। ਅਸੀਂ ਤਾਂ ਕਹਿੰਦੇ ਜੇ ਸਾਨੂੰ ਲੈਣਾ ਤਾਂ ਸਮੁੱਚੇ ਲਓ, ਇੱਦਾਂ ਹੀ ਮੁਸਲਮਾਨਾਂ ਦੇ ਸਮੇਤ। ਨਹੀਂ ਲੈਣਾ ਤਾਂ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਨਹੀਂ ਤੋੜ ਰਹੇ। ਮੈਂ ਤਾਂ ਅੱਜ ਵੀ ਕਹਿ ਰਿਹਾ ਕਿ ਦਿੱਲੀ ਵਿੱਚ ਵੀ ਅਸੀਂ ਨਹੀਂ ਤੋੜਿਆ ਹੈ, ਅਸੀਂ ਕਿਹਾ ਵੀ ਅਸੀਂ ਸਮਝੌਤਾ ਕਰਨ ਨੂੰ ਤਿਆਰ ਹਾਂ, ਬਟ ਵਿਦ ਦਿਸ ਸਟੈਂਡ ਕਿ ਮੁਸਲਿਮਸ ਨੂੰ ਵਿੱਚ ਸ਼ਾਮਲ ਕੀਤਾ ਜਾਏ। ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਨਵਾਂ ਪ੍ਰਧਾਨ ਸਾਹਿਬ ਬਣਾਏ ਗਏ ਨੇ ਬੀਜੇਪੀ ਦੇ ਜੀ। ਜਦੋਂ ਉਹਨਾਂ ਦਾ ਤਾਜਪੋਸ਼ੀ ਕਹਿ ਦਿੰਦੇ ਕਿ ਜਦੋਂ ਹੋ ਰਹੀ ਸੀ ਤਾਂ ਬੜੀਆਂ ਗੱਲਾਂ ਸਾਹਮਣੇ ਆਈਆਂ ਜੀ, ਇਹ ਛੱਡ ਦਿਓ ਜੀ ਅਕਾਲੀ ਦਲ ਨੂੰ, ਕਈ ਸਾਲ ਹੋ ਗਏ ਜੀ ਸਾਨੂੰ ਡੰਗੋਰੀ ਉਹਨਾਂ ਦੀ ਖਿੱਚਦੇ ਆ, ਅਸੀਂ ਬੀਜੇਪੀ ਇਕੱਲੇ ਤੌਰ ਤੇ ਇਲੈਕਸ਼ਨ ਲੜਨਾ ਚਾਹੁੰਦੀ ਹੈ। ਅੱਜ ਮਨੋਰੰਜਨ ਕਾਲੀਆ ਜੀ ਦਾ ਆਇਆ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਵਰਕਰ ਸੀਐਮ ਬਣਨਾ ਚਾਹੁੰਦਾ, ਦੇਖਣਾ ਚਾਹੁੰਦਾ ਕਿ ਬੀਜੇਪੀ ਦਾ ਸੀਐਮ ਬਣੇ। ਮਤਲਬ ਜਦੋਂ ਚਲੋ ਮੈਂ ਦਿੱਲੀ ਛੱਡ ਦੇਣਾ, ਸੈਂਟਰ ਛੱਡ ਦੇਣਾ, ਤੁਹਾਡੇ ਤਾਂ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਭਰਾ, ਤੁਸੀਂ ਜਿਹਨਾਂ ਨੂੰ ਛੋਟਾ ਵੱਡਾ ਭਰਾ ਕਹਿੰਦੇ ਹੋ, ਉਹੀਓ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਤਾਂ ਡੰਗੋਰੀ ਖਿੱਚ ਰਹੇ ਹਾਂ ਤੁਹਾਡੀ। ਮੇਰੀ ਬੇਨਤੀ ਹੈ ਜੀ, ਪਹਿਲੀ ਗੱਲ ਤਾਂ ਦੇਖੋ ਮਤਲਬ ਇਹ ਸਾਰੀਆਂ ਚੀਜ਼ਾਂ ਕੀ ਨੇ? ਇਹ ਭੂਮਿਕਾ ਬਣਾਈ ਜਾ ਰਹੀ ਹੈ ਅਲੱਗ ਹੋਣ ਦੇ ਲਈ। ਉਹਨੇ ਬਣਾ ਲੈਣ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਨਾਲ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਗੱਲਾਂ ਵੱਡੀਆਂ ਹੁੰਦੀਆਂ ਨੇ ਅਖੀਰ ਦੇ ਵਿੱਚ। ਜੇ ਮਨਮੋਹਨ ਕਾਲੀਆ ਜੀ, ਉਹ ਕੀ ਉਹਨਾਂ ਦਾ ਨਾਂ ਆ, ਇਹਨਾਂ ਦੀ ਤਾਂ ਬੀਜੇਪੀ 'ਚ ਵਿਚਾਰਿਆਂ ਦੀ ਪੁੱਛ ਨਹੀਂ ਹੈ। ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਜਿਹੜੀਆਂ ਗੱਲਾਂ ਇੱਥੇ ਕਰ ਰਹੇ ਹੋ ਨਾ, ਮੰਤਰੀ ਰਹਿ ਚੁੱਕੇ ਨੇ ਜਿਹੜੇ ਬਿਆਨ ਦੇ ਰਹੇ ਨੇ, ਮਦਨ ਮੋਹਨ ਮਿੱਤਲ, ਮਾਸਟਰ ਮੋਹਨ ਲਾਲ, ਮਨੋਰੰਜਨ ਕਾਲੀਆ, ਇਹ ਤਿੰਨੋਂ ਸਾਬਕਾ ਮੰਤਰੀ ਨੇ। ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਇਹ ਵਿਚਾਰੇ ਜਿਹੜੇ ਨੇ ਨਾ, ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਜਾ ਕੇ ਯਾਰ ਅਮਿਤ ਸ਼ਾਹ ਨੂੰ ਮਿਲ ਤਾਂ ਲਓ, ਤੁਸੀਂ ਉਹਨਾਂ ਤੋਂ ਟਾਈਮ ਤਾਂ ਲੈ ਲਓ। ਤੁਹਾਨੂੰ ਟਾਈਮ ਤੱਕ ਤਾਂ ਮਿਲਦਾ ਨਹੀਂ, ਤੁਸੀਂ ਇੱਥੇ ਪੰਜਾਬ 'ਚ ਰੌਲਾ ਪਾਈ ਜਾਂਦੇ ਆ। ਤੁਸੀਂ ਇਹ ਫੈਸਲੇ ਕਰਨੇ ਅਮਿਤ ਸ਼ਾਹ ਜੀ ਨੇ, ਨਰਿੰਦਰ ਮੋਦੀ ਜੀ ਨੇ, ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰਾ ਕਾਇਮ ਰੱਖਣਾ। ਇਹਨਾਂ ਨੂੰ ਪੁੱਛ ਕੇ ਥੋੜ੍ਹੇ ਕਰਨਾ ਹੈ। ਇਹ ਤਾਂ ਇਦਾਂ ਦੇ ਬੰਦੇ ਤਾਂ ਕਈ ਵਾਰੀ ਗਲਤ ਕਰ ਜਾਂਦੇ ਆ। ਮੈਂ ਗਲਤੀ ਕਰ ਸਕਦਾ, ਦੇਖੋ ਮੈਂ ਕੋਈ ਪੁੱਠੀ ਗੱਲ ਕਰ ਜਾ, ਕੱਲ੍ਹ ਨੂੰ ਹਿੰਦੂ ਸਿੱਖ ਭਾਈਚਾਰੇ ਨੂੰ ਅੱਗ ਲੱਗ ਜਾਏ। ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਸਾਡੇ ਸੀਨੀਅਰ ਲੀਡਰ ਹੋਰ ਸਾਹਿਬਾਨ ਜਿਹੜੇ ਨੇ, ਉਹਨਾਂ ਨੇ ਕਰਨਾ ਹੈ, ਰਾਈਟ। ਇਹ ਜਿੱਦਾਂ ਦਾ ਮੈਂ ਉੱਦਾਂ ਦੇ ਵਿਚਾਰੇ ਮਾਸਟਰ ਮੋਹਨ ਲਾਲ ਨੇ, ਹੈ ਨਾ। ਮੇਰੀ ਗੱਲ ਕਹਿਣ ਦਾ ਕੀ ਮਤਲਬ ਹੋਏਗਾ? ਗੱਲ ਤਾਂ ਅਸਲ 'ਚ ਹੋਏਗਾ ਜਦੋਂ ਡਿਸੀਜਨ ਸਾਡਾ ਕੋਰ ਕਮੇਟੀ ਲਏਗੀ। ਇੱਦਾਂ ਹੀ ਇਹਨਾਂ ਦਾ ਫੈਸਲਾ ਹੋਣਾ ਹੈ ਉੱਥੇ ਦਿੱਲੀ ਦੇ ਵਿੱਚ। ਤਾਂ ਦਿੱਲੀ ਦੇ ਅੱਜ ਵਿਜੇ ਗੋਇਲ ਜੀ ਨੇ ਕਹਿ ਦਿੱਤਾ ਕਿ ਸਾਡੀ ਕੋਈ ਸਪਲਿਟ ਨਹੀਂ ਹੋਈ। ਇਹਨਾਂ ਨੂੰ ਕਿਉਂ ਜਿਹੜੇ ਰੌਲਾ ਪਾਉਂਦੇ ਨੇ, ਤੁਹਾਡੀ ਦਿੱਲੀ ਦੀ ਹਾਈ ਕਮਾਂਡ ਤਾਂ ਕਹਿ ਰਹੀ ਹੈ ਕਿ ਸਪਲਿਟ ਨਹੀਂ ਹੋਈ। ਸਾਰੀਆਂ ਗੱਲਾਂ ਛੱਡ ਦਿਓ, ਰਿਸ਼ਤਿਆਂ ਦੇ ਵਿੱਚ ਖਟਾਸ ਤਾਂ ਆਈ, ਇਹ ਸਾਰਿਆਂ ਨੂੰ ਪਤਾ, ਇਹ ਜਗ ਜ਼ਾਹਰ ਹੈ। ਉਹ ਖਟਾਸ ਕਿੱਥੇ ਤੱਕ ਜਾਏਗੀ, ਇਹ ਫੈਸਲਾ ਤੁਹਾਡੀ ਪਾਰਟੀ ਜਾਂ ਬੀਜੇਪੀ ਦੀ ਪਾਰਟੀ ਨੇ ਕਰਨਾ। ਪਰ ਹਾਲ ਫਿਲਹਾਲ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਉਸ ਸਿਚੁਏਸ਼ਨ ਤੋਂ ਇੱਕ ਗੱਲ ਜਿਹੜੀ ਵਾਰ-ਵਾਰ ਮੈਂ ਇਸ ਲਈ ਪੁੱਛ ਰਿਹਾ ਕਿ ਲੋਕਾਂ ਤੱਕ ਇਹ ਗੱਲ ਪਹੁੰਚਣੀ ਬੜੀ ਜ਼ਰੂਰੀ ਹੈ, ਕਲੀਅਰ ਹੋਣੀ ਬੜੀ ਜ਼ਰੂਰੀ ਹੈ। ਤੁਹਾਡਾ ਦਿੱਲੀ ਦੇ ਵਿੱਚ ਇਲੈਕਸ਼ਨ ਨਾ ਲੜਨਾ ਸੀਏ ਦਾ ਵਿਰੋਧ ਹੈ ਜਾਂ ਤੁਹਾਨੂੰ ਟਿਕਟਾਂ ਨਾ ਮਿਲਣਾ ਵਿਰੋਧ ਹੈ? ਮੇਰੇ ਖਿਆਲ 'ਚ ਮੈਂ ਤਾਂ ਉੱਚੀ ਆਵਾਜ਼ ਤੱਕ ਹੀ ਕਹਿ ਸਕਦਾ ਵੀ ਟਿਕਟਾਂ ਦਾ ਹੀ ਤਾਂ ਉਹਨਾਂ ਨੂੰ ਤਾਂ ਸੀਟਾਂ ਦੀ, ਮਤਲਬ ਸਾਨੂੰ 4 ਸੀਟਾਂ ਵੱਧ ਦੇ ਕੇ ਉਹਨਾਂ ਦਾ ਕੋਈ ਨੁਕਸਾਨ ਨਹੀਂ, ਉਹਨਾਂ ਨੂੰ ਫਾਇਦਾ ਹੋ ਰਿਹਾ। ਉਹ ਦੇ ਕੇ ਤਿਆਰ ਨੇ, ਕਿਉਂਕਿ ਦੂਜੀ ਦੁਨੀਆ ਭਾਰਤ ਨੂੰ ਦੱਸਣਾ ਚਾਹੁੰਦੇ ਆ ਕਿ ਆਹ ਦੇਖੋ ਇੱਕ ਘੱਟ ਗਿਣਤੀ ਕਹਿ ਰਹੀ ਹੈ ਕਿ ਮੁਸਲਮਾਨਾਂ ਨੂੰ ਨਾ ਦਿਓ, ਉਹ ਇਹ ਚਾਹੁੰਦੇ ਆ, ਸਮਝਦੇ ਨਾ। ਲੇਕਿਨ ਅਸੀਂ ਇਹ ਗੱਲ ਜੇ ਇੱਦਾਂ ਕਰਦੇ ਆ, ਤੁਸੀਂ ਮੈਨੂੰ ਦੱਸੋ ਫਿਰ ਜੋ ਸਾਹਿਬਜ਼ਾਦਿਆਂ ਨਾਲ ਮਲੇਰਕੋਟਲੇ ਦਾ ਨਾਰਾ ਮਾਰਿਆ ਗਿਆ ਤਾਂ ਅਸੀਂ ਉਸ ਨਵਾਬ ਦੀ ਪਿੱਠ 'ਚ ਛੁਰਾ ਮਾਰਾਂਗੇ, ਕੀ ਅਸੀਂ ਮਾਰੀਏ? ਅੱਛਾ, ਇੱਕ ਗੱਲ, ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਹੋਰ ਸੀਟਾਂ ਜੀ, ਫਲਾਨਾ ਜੀ, ਇਹ ਜੀ ਉਹ ਜੀ, ਓਏ ਵੀਰ ਮੇਰੇ, ਇਹ ਸਾਰੇ ਜਿਹੜੇ ਨੇ ਨਾ, ਮੈਂ ਹੁਣ ਇਹਨਾਂ ਦਾ ਕੀ ਕਹਾਂ, ਵਿਚਾਰੇ ਮੈਂ ਮੇਰੇ ਤੋਂ ਵੱਡੇ ਨੇ ਸਾਰੇ, ਇਹ ਉਸੇ ਦੁਆਰ ਤੇ ਅਜੇ ਖੜਕਾਉਂਦੇ ਫਿਰਦੇ ਨੇ, ਇਹਨਾਂ ਨੂੰ ਕੁਝ ਮਿਲਦਾ ਗਿਲਦਾ ਹੈ ਨਹੀਂ। ਅਸਲ 'ਚ ਗੱਲ ਕੀ ਹੈ, ਤੁਹਾਨੂੰ ਮੈਂ ਸੱਚੀ ਗੱਲ ਦੱਸਾਂ, ਗੱਲ ਤਾਂ ਉਹੀ ਹੋਣੀ ਜਿਹੜੀ ਕਰੂਗਾ ਖਾਲਸਾ ਪੰਥ ਮੀਆਂ, ਗੱਲ ਉਹੀ ਹੋਣੀ ਜਿਹੜੀ ਅਕਾਲੀ ਦਲ ਕਰੇਗਾ। ਔਰ ਇਹ ਇਤਿਹਾਸ ਦੱਸਦਾ ਇਸ ਗੱਲ ਨੂੰ ਕਿ ਅਕਾਲੀ ਦਲ ਦੇ ਨਾਲੋਂ ਟੁੱਟ ਕੇ ਬੜੇ ਬੰਦੇ ਗਏ, ਲੇਕਿਨ ਜੇ ਅਕਾਲੀ ਦਲ ਆਪਣੇ ਅਸੂਲਾਂ ਤੇ ਖੜਾ ਰਹੂਗਾ, ਜਿੱਦਾਂ ਅੱਜ ਖੜਾ ਆ, ਸੀਏ ਤੇ ਖੜੇ ਆ ਨਾ, ਜੇ ਅਸੀਂ ਖੜੇ ਰਹਾਂ, ਜੇ ਅਸੀਂ ਛਿੜਕਾਂਗੇ ਫਿਰ ਸਾਡਾ ਕੱਖ ਨਹੀਂ ਰਹੂਗਾ। ਇਹ ਸੀਏ ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ, ਦੋ ਧਿਰਾਂ ਇੱਕ ਪਾਸੇ, ਅਕਾਲੀ ਦਲ ਫਿਰ ਇੱਕ ਪਾਸੇ। ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਅਪੋਜ਼ ਕਰਦੇ ਹਾਂ, ਅਕਾਲੀ ਦਲ ਫਿਰ ਕਹਿੰਦਾ ਅਸੀਂ ਨਾਲ ਖੜੇ ਹਾਂ। ਨਹੀਂ, ਅਕਾਲੀ ਦਲ ਨੇ ਕੀ ਕਿਹਾ?
ਅਕਾਲੀ ਦਲ ਨੇ ਉਹਦੇ ਵਿੱਚ ਮਤਾ ਪੜ੍ਹਿਆ, ਜ਼ਰੂਰ ਤੁਸੀਂ ਲੈ ਕੇ ਆਂਦਾ, ਪੜ੍ਹਿਆ, ਹਾਂ ਮੈਂ ਨਹੀਂ, ਪੜਿਆ, ਮੈਂ ਹੀ ਪੜ੍ਹਿਆ। ਮਤਾ ਸਪੀਕਰ ਨੇ ਪ੍ਰਵਾਨ ਨਹੀਂ ਕੀਤਾ ਹਾਂ, ਕਿ ਹਾਂ। ਅਮੈਂਡਮੈਂਟ ਮਤਾ ਅਸੀਂ ਲੈ ਕੇ ਆਉਣਾ ਚਾਹੁੰਦੇ, ਉਹਨੂੰ ਪ੍ਰਵਾਨ ਨਹੀਂ ਕੀਤਾ, ਜੀ। ਪਰ ਉਹਨੂੰ ਦੂਜੇ ਪਾਸੇ ਤਾਂ ਇਹੀ ਮੰਨਾਂਗੇ ਕਿ ਸੀਏ ਦੇ ਹੱਕ ਦੇ ਵਿੱਚ ਖੜੇ ਹੋ ਤੁਸੀਂ। ਤੁਸੀਂ ਇਦਾਂ ਕਰੋ, ਇੱਕ ਬਤੌਰ ਜੇ ਵਿਰੋਧ ਚ ਨਹੀਂ ਫਿਰ ਤੁਸੀਂ ਹੱਕ ਚ ਹੋ। ਨਹੀਂ ਇਦਾਂ ਨਹੀਂ ਗੱਲਾਂ ਹੁੰਦੀਆਂ ਨਾ ਸਾਹਿਬ, ਜਾਂ ਵਿਰੋਧ ਹੈ ਜਾਂ ਹੱਕ ਹੈ, ਵਿਚਕਾਰਲੀ ਕੋਈ ਚੀਜ਼ ਤੁਹਾਡੇ ਵਾਸਤੇ ਛੱਡੀ ਨਹੀਂ ਨਾ ਉਹਨਾਂ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹਨੂੰ ਵਿਰੋਧ ਜਾਂ ਇਹਦੇ ਵਿੱਚ ਨਹੀਂ ਹੈ, ਵਿਚਕਾਰਲੀ ਵੀ ਕੋਈ ਜਗ੍ਹਾ ਹੈਗੀ ਹੈ, ਵਿਚਕਾਰਲਾ ਵੀ ਕੋਈ ਆਪਸ਼ਨ ਹੈਗਾ। ਜਦੋਂ ਅਸੀਂ ਅਮੈਂਡਮੈਂਟ ਦੇ ਰਹੇ ਸੀ ਕਿ ਇਹਦੇ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਏ, ਕੀ ਕਾਂਗਰਸ ਇਹ ਤੋਂ ਕੋਈ ਅਲੱਗ ਗੱਲ ਕਹਿਣਾ ਚਾਹੁੰਦੀ ਹੈ? ਕੋਈ ਅਲੱਗ ਗੱਲ ਕਹਿਣਾ ਚਾਹੁੰਦੇ ਆ? ਦੱਸਣ ਕਿ ਜਿਹੜਾ ਇਹਨਾਂ ਨੇ ਰਿਜੈਕਟ ਕੀਤਾ ਸਾਡਾ ਮਤਾ, ਉਹਦਾ ਮਤਾ ਸਾਡਾ ਮਤਾ ਕੀ ਸੀ ਕਿ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾਏ, ਕਿਉਂ ਰਿਜੈਕਟ ਕੀਤਾ ਇਹਨਾਂ ਨੇ? ਔਰ ਜੇ ਕਹਿੰਦੇ ਅਸੀਂ ਸੀਏਏ ਦਾ ਵਿਰੋਧ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਜੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਇਹ ਦੱਸੋ ਕਿ ਕੀ ਤੁਸੀਂ ਸਿੱਖਾਂ ਨੂੰ ਜਿਹੜੀ ਰਾਹਤ ਦਿੱਤੀ ਗਈ ਹੈ ਸੀਏਏ ਦੇ ਵਿੱਚ, ਉਹਦਾ ਵੀ ਵਿਰੋਧ ਕਰ ਰਹੇ ਹੋ? ਜੇ ਨਹੀਂ ਕਰ ਰਹੇ ਤਾਂ ਇਹ ਕਿਉਂ ਨਹੀਂ ਕਹਿੰਦੇ ਕਿ ਮੁਸਲਮਾਨਾਂ ਨੂੰ ਵੀ ਦਿਓ? ਗੱਲ ਤਾਂ ਅਸਲ 'ਚ ਇਹ ਹੈ, ਜਿਹੜੀ ਗੱਲ ਕਰਨੇ ਵਾਲੀ ਉਹ ਕਰ ਨਹੀਂ ਰਹੇ। ਇਹ ਕਹਿ ਰਹੇ ਵੀ ਮੁਸਲਮਾਨਾਂ ਨੂੰ ਤਾਂ ਨਾ ਦਿਓ ਤੇ ਸਿੱਖਾਂ ਨੂੰ ਵੀ ਨਾ ਦਿਓ। ਇਹ ਕੀ ਗੱਲ ਹੋਈ? ਇਹ ਤਾਂ ਇਦਾਂ ਦੇ ਜਰਨੈਲ ਜਿਹੜੇ ਆ ਨਾ ਕੌਮ ਨੂੰ ਬਰਬਾਦੇ ਰਹੇ ਪਹਿਲਾਂ ਵੀ, ਜਿਹੜੇ ਇੱਦਾਂ ਦੇ ਸਟੈਂਡ ਲੈਂਦੇ ਆ। ਜੇ ਸਟੈਂਡ ਲੈਣਾ ਹੁੰਦਾ ਸੋਚ ਜੰਗਾਂ ਲੜੀਆਂ ਜਾਂਦੀਆਂ ਦੂਰ ਦੀ ਸੋਚ ਨਾਲ। ਦੂਰ ਦੀ ਸੋਚ ਅੱਜ ਇਹ ਕਹਿੰਦੀ ਹੈ ਕਿ ਤੁਸੀਂ ਸਹੀ ਸਟੈਂਡ ਲਓ, ਔਰ ਜੇ ਬੀਜੇਪੀ ਨੂੰ ਅਸੀਂ ਨਹੀਂ ਪੁੱਗਦੇ ਜੀ ਸਦਕੇ, ਲੇਕਿਨ ਸਟੈਂਡ ਸਾਡਾ ਹੀ ਰਹੂਗਾ। ਕੋਈ ਗੱਲ ਨਹੀਂ, ਉਹਨਾਂ ਦੀ ਮਰਜ਼ੀ ਹੈ। ਅੱਛਾ, ਇੱਕ ਹੋਰ ਗੱਲ, ਤੁਸੀਂ ਆਪਣਾ ਸਟੈਂਡ ਕਲੀਅਰ ਕਰ ਦਿੱਤਾ, ਹੁਣ ਇਸ ਤੋਂ ਬਾਅਦ ਦਿੱਲੀ ਇਲੈਕਸ਼ਨ ਹੋ ਜਾਊਗੀ ਜੀ, ਤੁਹਾਡੀ ਰਾਜਨੀਤੀ ਕੀ ਰਹਿਣ ਵਾਲੀ ਹੈ ਜਾਂ ਰਣਨੀਤੀ ਕੀ ਰਹਿਣ ਵਾਲੀ ਹੈ? ਦੇਖੋ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਾਂ ਤਾਂ ਇਹ ਇਦਾਂ ਲੱਗਦਾ, ਮਤਲਬ ਜਿਹੜੀ ਪਰਸੈਪਸ਼ਨ ਜਿਹੜੀ ਬਣੀ ਹੈ ਕਿ ਹੁਣ ਇਹ ਚੁੱਪ ਕਰਕੇ ਬੈਠ ਗਏ ਨੇ, ਹੁਣ ਜਦੋਂ 2022 ਦੀ ਇਲੈਕਸ਼ਨ ਆਏਗੀ ਉਦੋਂ ਪਤਾ ਲੱਗੂਗਾ, ਹੁਣ ਤੱਕ ਇਹ ਇਦਾਂ ਹੀ ਚੱਲਦਾ ਰਹੂਗਾ। ਮੇਰੀ ਬੇਨਤੀ ਸੁਣੋ, ਰੋਸ ਪ੍ਰਗਟਾਉਣ ਦਾ ਹੋਰ ਤਰੀਕਾ ਕੀ ਹੈ? ਬੈਂਸ ਸਾਹਿਬ ਤੁਹਾਡੇ ਕੋਲ ਹੋਰ ਤਰੀਕਾ ਕੀ ਹੈ? ਤੁਸੀਂ ਬੜੇ ਚੇਤਨ ਪੱਤਰਕਾਰ ਹੋ, ਔਰ ਲੋਕੀ ਤਾਂ ਦੇਖੋ ਗੱਲ ਇਹ ਜੋ ਮਰਜ਼ੀ ਕਹਿਣ, ਜਿਸ ਤਰ੍ਹਾਂ ਤੁਸੀਂ ਮੈਨੂੰ ਇਸ ਵੇਲੇ ਪਸੀਨੇ ਛਡਾ ਰਹੇ ਹੋ। ਨਹੀਂ, ਮੈਂ ਲੋਕਾਂ ਦਾ ਸਵਾਲ ਹੈ, ਮੈਂ ਇਸ ਲਈ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਕਲੈਰਿਟੀ ਹੋਣੀ ਚਾਹੀਦੀ ਹੈ। ਜ਼ਰੂਰ ਪੁੱਛੋ, ਮੈਂ ਤਾਂ ਕਹਿੰਦਾ ਤੋਂ ਵੀ ਔਖੇ ਸਵਾਲ ਪੁੱਛੋ ਕਿ ਕੀ ਸੀਏਏ ਦਾ ਮੁੱਦਾ 2022 ਤੱਕ ਖਤਮ ਹੋ ਜਾਏਗਾ ਤੁਹਾਡੇ ਹਿਸਾਬ ਨਾਲ? ਜਾਂ ਤਾਂ ਬੀਜੇਪੀ ਸਾਡੀ ਗੱਲ ਮੰਨੇਗੀ ਤਾਂ ਖਤਮ ਹੋਏਗਾ, ਜੇ ਨਹੀਂ ਮੰਨੇਗੀ ਤਾਂ ਇਹ ਮੁੱਦਾ ਚੱਲਦਾ ਰਹਿਣਾ। ਦੇਸ਼ ਨੇ ਚੁੱਪ ਨਹੀਂ ਕਰਨਾ। ਦੇਸ਼ ਨੇ ਜਦ ਤੱਕ ਸੀਏਏ ਅਮੈਂਡ ਨਹੀਂ ਹੁੰਦਾ, ਇੱਥੇ ਇੰਦਰਾ ਗਾਂਧੀ ਵਰਗਿਆਂ ਨੂੰ ਚੁੱਕਣਾ ਪੈ ਗਿਆ ਸੀ, ਇੱਥੇ ਐਮਰਜੈਂਸੀਆਂ ਲਾਉਣੀਆਂ ਪੈ ਗਈਆਂ ਸੀ। ਜੇ ਬੀਜੇਪੀ ਤੁਹਾਡੀ ਗੱਲ ਨਹੀਂ ਮੰਨਦੀ ਤੇ 2022 ਦੀ ਇਲੈਕਸ਼ਨ ਅਕਾਲੀ ਦਲ ਨਹੀਂ ਲੜੇਗਾ? ਅਸੀਂ ਇਹ ਕਹਾਂਗੇ ਅਕਾਲੀ ਦਲ ਉੱਥੇ ਵੀ ਛੱਡ ਦੇਗਾ ਕਿ ਰੋਜ਼ ਅਸੀਂ ਪੰਜਾਬ ਦੀ ਇਲੈਕਸ਼ਨ ਨਹੀਂ ਲੜਦੇ। ਮੈਂ ਅੱਜ ਸਪਸ਼ਟ ਕਰ ਦਿੰਦਾ, ਕੋਈ ਵੀ ਜਦੋਂ ਚੋਣ ਲੜੀ ਜਾਂਦੀ ਹੈ ਤਾਂ ਉਹਦੇ 'ਚ ਕਾਮਨ ਮਿਨੀਮਮ ਪ੍ਰੋਗਰਾਮ ਬਣਦਾ। ਦਿੱਲੀ ਵੀ ਬਣਨਾ ਸੀ, ਬਿਲਕੁਲ ਠੀਕ ਹੈ। ਅਸੀਂ ਦਿੱਲੀ ਕਾਮਨ ਮਿਨੀਮਮ ਪ੍ਰੋਗਰਾਮ 'ਚ ਕਹਿਣਾ ਸੀਗਾ ਕਿ ਸੀਏਏ ਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਗੱਲ ਪਾਈ ਜਾਏ। ਉਹਨਾਂ ਨੇ ਕਹਿਣਾ ਸੀ ਨਾ ਪਾਈ ਜਾਏ, ਗੱਲ ਖਤਮ ਹੋ ਗਈ। ਜਦੋਂ ਪੰਜਾਬ ਦੀ ਚੋਣ ਆਏਗੀ, ਇੱਥੇ ਵੀ ਸਾਡਾ ਸਟੈਂਡ ਇਹੀ ਰਹੇਗਾ ਕਿ ਅਸੀਂ ਤਾਂ ਭਾਈ ਮੁਸਲਮਾਨ ਭਾਈਚਾਰੇ ਨਾਲ ਖੜੇ ਹਾਂ, ਤੁਸੀਂ ਵੀ ਖੜੋ ਪਲੀਜ਼। ਮੈਂ ਉਹੀ ਕਹਿਣਾ ਚਾਹੁੰਦਾ ਨਾ, ਤੁਸੀਂ ਦਿੱਲੀ 'ਚ ਇਲੈਕਸ਼ਨ ਨਹੀਂ ਲੜੇ ਨਾ, ਫਿਰ ਪੰਜਾਬ 'ਚ ਵੀ ਨਹੀਂ ਲੜੋਗੇ ਇਹ ਗੱਲ ਕਹਿ ਕੇ? ਵੀਰ ਮੇਰੇ, ਮੈਂ ਕਹਿ ਰਿਹਾ ਕਿ ਚੋਣ ਲੜਨੀ ਨਾ ਲੜਨੀ ਇੱਕ ਪਾਰਟੀ ਦੀ ਸਟ੍ਰੈਟਜੀ ਹੁੰਦੀ ਹੈ। ਜਿਹੜਾ ਸਿਧਾਂਤ ਹੈ ਉਹ ਗੱਲ ਅਸਲੀ ਹੁੰਦੀ ਹੈ। ਸਿਧਾਂਤ ਕੀ ਹੈ ਕਿ ਸਾਡਾ ਮੈਨੀਫੈਸਟੋ ਕੀ ਹੈ, ਸਾਡਾ ਕੋਰ ਪ੍ਰੋਗਰਾਮ ਕੀ ਹੈ, ਸਾਡੀ ਕਾਮਨ ਮਿਨੀਮਮ ਪ੍ਰੋਗਰਾਮ ਕੀ ਹੈ। ਪੰਜਾਬ ਦੇ ਜਦੋਂ ਚੋਣ ਆਏਗੀ ਉਦੋਂ ਇਹ ਗੱਲ ਬਿਲਕੁਲ ਅਸੀਂ ਉਦੋਂ ਵੀ ਸਪਸ਼ਟ ਕਰਾਂਗੇ। ਅੱਜ ਵੀ ਸਪਸ਼ਟ ਹੈ, ਔਰ ਇਹ ਮੁੱਦਾ ਮਰਨਾ ਨਹੀਂ। ਤੁਸੀਂ ਇਹ ਨਾ ਸੋਚੋਗੇ ਅੱਜ ਗੱਲ ਹੋਈ 2022 ਚ ਕਿੱਦਾਂ ਉਹ ਸ਼ਾਹੀਨ ਬਾਗ ਤੱਕ ਖੜਾ ਹੈ, ਹਿੰਦੁਸਤਾਨ ਸਾਰਾ ਉੱਠਿਆ ਹੋਇਆ, ਗੱਲ ਕਿੱਦਾਂ ਖਤਮ ਹੋ ਜਾਏਗੀ? ਇਹ ਗੱਲ ਜਦੋਂ ਤੱਕ ਸੀਏਏ ਨੂੰ ਅਮੈਂਡ ਨਹੀਂ ਕੀਤਾ ਜਾਂਦਾ, ਮੈਂ ਕੀ ਕਹਿੰਦੇ ਹੁੰਦੇ ਆ ਬਾਵਾਜ਼ੇ ਦਬੰਗ ਇਹ ਗੱਲ ਕਰਦਾ ਕਿ ਇਹ ਮੁੱਦਾ ਖਤਮ ਨਹੀਂ ਹੋਣ ਲੱਗਾ। ਜਦ ਤੱਕ ਐਮਰਜੈਂਸੀ ਨਹੀਂ ਹਟਦੀ ਉਦ ਤੱਕ ਇੰਦਰਾ ਗਾਂਧੀ ਨੂੰ ਜਦ ਤੱਕ ਨਹੀਂ ਚੁੱਕਦੀ ਉਦ ਤੱਕ ਇਹ ਦੇਸ਼ ਨੇ ਚੁੱਪ ਨਹੀਂ ਕਰਨਾ। ਸੀਏ ਦੀ ਤੁਲਨਾ ਤੁਸੀਂ ਐਮਰਜੈਂਸੀ ਨਾਲ ਕਰ ਰਹੇ ਹੋ। ਮੈਂ ਬਿਲਕੁਲ ਇਹ ਕਹਿ ਰਿਹਾ, ਬਿਆਨ ਹੈ ਤੁਹਾਡਾ, ਮੈਂ ਬਿਲਕੁਲ ਕਹਿ ਰਿਹਾ ਤੁਸੀਂ ਐਮਰਜੈਂਸੀ ਦਾ ਵਿਰੋਧ ਕਰਦੇ ਰਹੇ ਹੋ ਤੇ ਉਸੇ ਤਰ੍ਹਾਂ ਸੀਏ ਦਾ ਵਿਰੋਧ ਕਰੋਗੇ। ਮੈਂ ਅੱਜ ਸੀਏ ਦਾ ਕਰ ਨਹੀਂ ਰਹੇ, ਸੜਕਾਂ ਤੇ ਉਤਰੋਗੇ ਫਿਰ? ਐਮਰਜੈਂਸੀ ਦੇ ਖਿਲਾਫ ਤੁਸੀਂ ਮੋਰਚੇ ਲਾਉਂਦੇ ਰਹੇ ਹੋ, ਸੀਏ ਦੇ ਖਿਲਾਫ ਮੋਰਚਾ ਕਿਉਂ ਨਹੀਂ ਲਾਉਂਦੇ? ਸੀਏ ਦੇ ਖਿਲਾਫ ਮੋਰਚਾ ਲੱਗ ਗਿਆ ਜਨਾਬ, ਸੀਏ ਦੇ ਖਿਲਾਫ ਮੋਰਚਾ ਲੱਗ ਗਿਆ, ਲੇਕਿਨ ਮੋਰਚੇ ਦੇ ਤੌਰ ਤਰੀਕੇ ਹਮੇਸ਼ਾ ਦੁਨੀਆ ਦੇ ਵਿੱਚ ਵਾਰ ਦੇ ਕਾਨੂੰਨ ਆ ਜਿਹੜੇ ਸਾਡੇ ਜਿਹੜੇ ਕੀ ਨੇ ਆਹ ਡਿਜ਼ਰਟਰ ਜਿਹੜੇ ਸਾਡੇ ਭਗੌੜੇ ਨੇ, ਇਹਨਾਂ ਨੂੰ ਪੁੱਛ ਲਓ ਜਰਾ, ਜੋ ਇਹ ਸਭ ਤੋਂ ਵੱਧ ਕਰਨਾ ਚਾਹੁੰਦੇ ਆ ਸਾਨੂੰ ਦੱਸਣ, ਅਸੀਂ ਇਹਨਾਂ ਨਾਲ ਗੱਲ ਬੈਠ ਕੇ ਕਰ। ਉਹ ਤਾਂ ਕਹਿੰਦੇ ਆ ਕਿ ਦੇਖੋ ਅਕਾਲੀ ਦਲ ਥਿੜਕ ਗਿਆ, ਟਕਸਾਲੀ ਅਕਾਲੀ ਦਲ ਕਹਿੰਦੇ ਨੇ ਇਹ ਸਭ ਤੋਂ ਵੱਡਾ ਝਟਕਾ। ਇੱਕ ਮਿੰਟ ਰੁਕ ਜਾਓ ਨਾ, ਪਹਿਲੀ ਗੱਲ ਤਾਂ ਤੁਸੀਂ ਭਗੌੜਿਆਂ ਨੂੰ ਤੁਸੀਂ ਟਕਸਾਲੀ ਕਿੱਦਾਂ? ਚਲੋ ਤੁਸੀਂ ਕਹਿ ਸਕਦੇ, ਮੈਂ ਨਹੀਂ ਕਹਿ ਸਕਦਾ। ਮੈਂ ਜੋ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ ਮੈਂ ਉਸ ਪਾਰਟੀ ਦੇ ਅਧੀਨ ਕਹਿ ਰਿਹਾ। ਉਹ ਕਹਿੰਦੇ ਨੇ ਕਿ ਇਹ ਸਭ ਤੋਂ ਵੱਡਾ ਝਟਕਾ ਤੇ ਪ੍ਰੂਫ ਹੈ ਅਕਾਲੀ ਦਲ ਦੇ ਲਈ ਕਿ ਜੇ ਅਸੀਂ ਤੁਹਾਡੇ ਨਾਲ ਨਹੀਂ ਖੜੇ ਤਾਂ ਤੁਸੀਂ ਖੜਨ ਜੋਗੇ ਨਹੀਂ। ਜਦੋਂ ਇਹ ਜਨਾਬ ਸਾਡੇ ਨਾਲ ਖੜੇ ਸੀਗੇ ਉਦੋਂ ਇਹ ਮੰਨਦੇ ਇਹ ਸਾਰੇ ਉਹ ਲੋਕ ਨੇ ਜਿਹੜੇ ਇਸੇ ਬੀਜੇਪੀ ਸਰਕਾਰ ਦੇ ਵਿੱਚ ਵੱਡੀਆਂ ਗਵਰਨਰੀਆਂ ਹਟਾਏ ਨੇ, ਵੱਡੇ ਅਹੁਦੇ ਲੈ ਆਏ ਨੇ, ਸਾਰਾ ਕੁਝ ਕਰ ਆਏ ਨੇ। ਅੱਜ ਅਸੀਂ ਬੜੇ ਬਣ ਗਏ ਹਾਂ, ਲੇਕਿਨ ਗੱਲ ਇਹ ਹੈ ਅਸਲ ਦੇ ਵਿੱਚ
ਪਰਿਵਾਰਵਾਦ ਦੀ ਗੱਲ ਕਰਦੇ ਨੇ। ਇਹਨਾਂ ਵਿੱਚੋਂ ਕਿਹੜਾ ਬੰਦਾ ਉਹ ਖੁੱਲ੍ਹੇਆਮ ਕਹਿੰਦੇ ਨੇ ਕਿ ਜੇ ਮੈਂ ਇੱਧਰ ਆ ਤਾਂ ਮੇਰਾ ਪੁੱਤ ਉੱਧਰ ਕਿੱਦਾਂ ਚੱਲ ਜਾਊਗਾ, ਤੇ ਸਾਨੂੰ ਕਹਿੰਦੇ ਪਰਿਵਾਰਵਾਦ ਹੈ ਨਾ, ਕਹਿੰਦੇ ਮੈਂ ਜੇ ਇੱਧਰ ਆ ਤਾਂ ਮੇਰਾ ਪੁੱਤ ਉੱਧਰ ਕਿੱਦਾਂ ਚੱਲ ਜਾਊਗਾ। ਇਹ ਟਕਸਾਲੀ ਨੇ ਹਾਂ, ਜਿਨ੍ਹਾਂ ਦੇ ਪੁੱਤ ਇਹਨਾਂ ਤੋਂ ਬਿਨਾਂ ਪੁੱਛੇ ਬਾਹਰ ਨਹੀਂ ਜਾਂਦੇ, ਪਰ ਇਹ ਪਰਿਵਾਰਵਾਦ ਦੇ ਖਿਲਾਫ ਨੇ। ਇਹਨਾਂ ਦੀਆਂ ਕੀ ਗੱਲਾਂ ਕਰਨੀਆਂ, ਛੱਡੋ ਵੀਰੇ, ਇਹ ਮੇਰੇ ਬੰਦੇ ਨੇ, ਮੇਰੇ ਸਤਿਕਾਰਯੋਗ ਮੇਰੇ ਬਜ਼ੁਰਗ ਨੇ ਅਸਲ 'ਚ, ਪਰ ਕਈ ਵਾਰੀ ਹੁੰਦਾ ਬਾਪ ਬੇਟੇ ਦੀ ਹੋ ਜਾਂਦੀ ਹੈ, ਲੇਕਿਨ ਇਸ ਵੇਲੇ ਗਲਤ ਕਰ ਰਹੇ ਨੇ, ਜਿਹੜੀ ਅਸਲੀਅਤ ਹੈ ਗਲਤ, ਔਰ ਨੁਕਸਾਨ ਕਰ ਰਹੇ ਨੇ, ਨੁਕਸਾਨ ਆਪਣਾ ਵੀ ਕਰ ਰਹੇ ਨੇ। ਦੇਖੋ ਮੈਂ ਕਹਿੰਦਾ ਇਹਨਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ, ਕਿਸੇ ਅਸੂਲ ਤੇ ਗੱਲ ਆਣ ਨਾ, ਇਹ ਕਹਿਣ ਪਏ ਅਸੀਂ ਆਹ ਗੱਲ ਕਰਾਉਣੀ ਚਾਹੁੰਦੇ ਸੀ ਅਕਾਲੀ ਦਲ ਤੋਂ, ਅਕਾਲੀ ਦਲ ਕਰਦਾ ਨਹੀਂ, ਫਿਰ ਤਾਂ ਗੱਲ ਬਣਦੀ। ਤੁਸੀਂ ਕੋਈ ਗੱਲ, ਉਹਨਾਂ ਦਾ ਫੋਕਸ ਹੀ ਹੈ ਨਾ ਕਿ ਇੱਕ ਪਰਿਵਾਰ ਦੀ ਪਾਰਟੀ ਨਾਲ ਕੀ ਗੱਲ ਕਰੀ, ਬਦਲ ਲਓ। ਤੁਸੀਂ ਕਹਿੰਦੇ, ਤੁਸੀਂ ਇਹ ਅੱਜ ਵੀ ਕਹਿ ਰਹੇ ਨੇ, ਇਹ ਅੱਜ ਵੀ ਕਹਿ ਰਹੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਆ, ਤਾਂ ਅਕਾਲੀ ਦਲ ਦੇ ਵਿੱਚ ਆ ਤਾਂ ਬਦਲ ਲਓ ਨਾ ਭਾਈ। ਜੇ ਬਹੁਤ ਗਿਣਤੀ ਤੁਹਾਡੇ ਨਾਲ, ਤੁਸੀਂ ਲੈ ਜਾਓ ਕਿ ਅਕਾਲੀ ਦਲ ਦਾ ਪ੍ਰਧਾਨ ਤੁਸੀਂ, ਜੇ ਇਹ ਕਹਿੰਦੇ ਨੇ ਜੀ ਫਲਾਣਾ ਕਿਉਂ ਬਣਾਇਆ, ਤੁਸੀਂ ਦੱਸੋ ਕਿਹਨੂੰ ਬਣਾਈਏ, ਤੁਸੀਂ ਦੱਸੋ ਕਿਹਨੂੰ ਬਣਾਈਏ, ਕੈਂਡੀਡੇਟ ਬਣੋ, ਖੜ ਜਾਓ ਆ ਕੇ। ਔਰ ਜੇ ਤੁਸੀਂ ਕਹਿੰਦੇ ਨਹੀਂ ਇਹ ਅਕਾਲੀ ਦਲ ਨੂੰ ਅਸੀਂ ਮੰਨਦੇ ਨਹੀਂ, ਫਿਰ ਤੁਸੀਂ ਅਕਾਲੀ ਦਲ ਤੋਂ ਬਾਹਰ ਆ। ਇਹ ਤਾਂ ਕਹਿੰਦੇ ਅਸੀਂ ਅਕਾਲੀ ਦਲ ਨੂੰ ਮੰਨਦੇ ਹਾਂ, ਅਸੀਂ ਅਕਾਲੀ ਦਲ ਦੇ ਵਿੱਚ ਹੀ ਹਾਂ। ਜੇ ਅਕਾਲੀ ਦਲ ਦੇ ਵਿੱਚ ਹੀ ਆ ਤਾਂ ਭਾਈ ਫਿਰ ਤਾਂ ਤੁਹਾਡਾ ਹੱਕ ਬਣਦਾ ਕਿ ਆ ਕੇ ਚੋਣ ਲੜੋ ਤੇ ਆਪ ਬਣ ਜਾਓ, ਕੌਣ ਰੋਕਦਾ। ਚਲੋ ਆਪਾਂ ਉਧਰ ਫੋਕਸ ਨਹੀਂ ਕਰਦੇ। ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਮੈਨੂੰ ਪਤਾ ਤੁਹਾਡੇ ਕੋਲ ਟਾਈਮ ਵੀ ਘੱਟ ਹੈਗਾ। ਹੁਣ ਮੁੱਕਦੀ ਗੱਲ ਇਹ ਹੈ ਕਿ ਲੋਕ ਹੁਣ ਸ਼ੰਕੇ ਪ੍ਰਗਟਾਉਣ ਲੱਗ ਗਏ ਨੇ ਕਿ ਪੰਜਾਬ ਦੇ ਵਿੱਚ ਕਦੋਂ ਖਬਰ ਆਏਗੀ ਕਿ ਅਕਾਲੀ ਬੀਜੇਪੀ ਗੱਠਜੋੜ ਵੱਖਰਾ ਹੋ ਗਿਆ। ਪੰਜਾਬ ਦੇ ਵਿੱਚ ਸ਼ਾਇਦ ਕੱਲ ਪ੍ਰੈਸ ਕਾਨਫਰੰਸ ਸੁਖਬੀਰ ਬਾਦਲ ਕਰਨ, ਜਾਂ ਪੰਜਾਬ ਪ੍ਰਭਾਰੀ ਇੰਚਾਰਜ ਨੇ ਜਿਹੜੇ ਬੀਜੇਪੀ ਦੇ, ਉਹ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿ ਦੇਣ ਕਿ ਸਾਡਾ ਹੁਣ ਕੋਈ ਗੱਠਜੋੜ ਨਹੀਂ। ਦੇਖੋ ਜੋ ਦਿੱਲੀ 'ਚ ਤੁਹਾਨੂੰ ਨਹੀਂ ਲੱਗਦਾ, ਇੱਕ ਛੋਟਾ ਜਿਹਾ ਮੇਰਾ ਸਵਾਲ ਹੈ, ਹਰ ਪਾਰਟੀ ਦੀਆਂ ਬਹੁਤ ਸਾਰੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ, ਸਿਧਾਂਤ ਹੁੰਦੇ ਨੇ, ਉਹਨਾਂ ਸਿਧਾਂਤਾਂ ਤੇ ਕਦਰਾਂ ਕੀਮਤਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੋਵੇਂ ਪਾਰਟੀਆਂ ਲੈ ਕੇ ਚੱਲ ਰਹੇ ਹੋ। ਅੱਜ ਇੱਕ ਅਜਿਹੀ ਸਿਚੁਏਸ਼ਨ ਆ ਗਈ, ਇੱਕ ਅਜਿਹੀ ਸਥਿਤੀ ਆ ਗਈ ਜਿੱਥੋਂ ਤੁਹਾਡੇ ਰਾਹ ਵੀ ਸ਼ਾਇਦ ਅਲੱਗ ਹੋ ਸਕਦੇ ਨੇ, ਮਨ ਵੀ ਖੱਟੇ ਹੋ ਗਏ ਨੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਮੁੱਦੇ ਤੇ ਹੋ ਰਹੇ ਨੇ ਉਹ ਮੁੱਦਾ ਪਿਛਲੀ ਐਡੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੇੜਤਾ ਤੋਂ ਜ਼ਿਆਦਾ ਵੱਡਾ ਹੈ ਜਾਂ ਛੋਟਾ ਹੈ? ਹਰਪ੍ਰੀਤ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਮੈਂ ਜਵਾਬ ਦੇਣਾ, ਮੈਂ ਨਹੀਂ, ਮੇਰਾ ਸਪਸ਼ਟ ਜਵਾਬ, ਲੰਬਾ ਗੱਠਜੋੜ ਚੱਲ ਰਿਹਾ, ਜੇ ਟੁੱਟਿਆ ਤਾਂ ਬਹੁਤ ਵੱਡੀ ਕੋਈ ਗੱਲ ਹੋਗੀ ਤਾਂ ਟੁੱਟਿਆ। ਸੀਏ ਨੂੰ ਬਹੁਤ ਵੱਡੀ ਗੱਲ ਮੰਨ ਰਹੇ ਹੋ ਕਿ ਇਹ ਤੋੜ ਦਾ ਕਾਰਨ ਬਣ ਸਕਦਾ? ਇਹ ਬਹੁਤ ਵੱਡੀ ਗੱਲ ਹੋਏਗੀ ਜੇ ਅਸੀਂ ਆਪਣੇ ਸਟੈਂਡ ਨੂੰ ਛੱਡ ਦਾਂਗੇ, ਫਿਰ ਬਹੁਤ ਵੱਡੀ ਗੱਲ ਹੋਏਗੀ। ਜੇ ਅਕਾਲੀ ਦਲ ਇਹ ਕਹੇਗਾ ਨਾ ਕਿ ਜੀ ਸਾਨੂੰ ਮਨਜ਼ੂਰ ਹੈ, ਤੁਸੀਂ ਮੁਸਲਮਾਨਾਂ ਨੂੰ ਬਾਹਰ ਹੀ ਰੱਖੋ, ਫਿਰ ਇਹ ਬਹੁਤ ਵੱਡੀ ਗੱਲ ਹੋਏਗੀ। ਫਿਰ ਤਾਂ ਅਸੀਂ, ਮੇਰੇ ਖਿਆਲ 'ਚ ਮੈਂ ਇੱਥੋਂ ਐਲਾਨ ਕਰਦਾ ਕਿ ਸਾਨੂੰ ਅਕਾਲੀ ਦਲ ਨੂੰ ਵਾਈਂਡ ਅਪ ਕਰ ਦੇਣਾ ਚਾਹੀਦਾ। ਲੇਕਿਨ ਇੱਦਾਂ ਹੋਣਾ ਨਹੀਂ, ਕਿਉਂਕਿ ਜੇ ਇੱਦਾਂ ਹੋਣਾ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ 'ਚ ਆਵਾਜ਼ ਨਾ ਉਠਾਉਂਦੇ ਕਿ ਮੁਸਲਮਾਨਾਂ ਨੂੰ ਨਾਲ ਲਾਓ, ਤੇ ਅੱਜ ਵੀ ਅਸੀਂ ਇਹ ਸਟੈਂਡ ਨਾ ਲੈਂਦੇ ਕਿ ਇੱਦਾਂ ਕਰੋ। ਪੰਜਾਬ ਦੇ ਵਿੱਚ ਵੀ ਇਹ ਹੋਏਗਾ ਜੋ ਦਿੱਲੀ 'ਚ ਹੋਇਆ, ਕਿ ਅਸੀਂ ਆਪਸ਼ਨ ਦੇਵਾਂਗੇ ਕਿ ਸਾਡਾ ਸਟੈਂਡ ਆ ਆ ਭਾਈ, ਲੇਕਿਨ ਅਸੀਂ ਚਾਹੁੰਦੇ ਹਾਂ ਤੁਹਾਡੇ ਨਾਲ ਚੱਲ ਕੇ ਰਹਿਣਾ, ਤੁਸੀਂ ਪੰਜਾਬ ਦੇ ਵਿੱਚ ਵੀ ਸਾਡੇ ਨਾਲ ਚੱਲੋ, ਉੱਥੇ ਵੀ ਨਾਲ ਚੱਲੋ, ਤਾਂ ਕਿ ਹਿੰਦੂ ਸਿੱਖ ਏਕਤਾ, ਪੰਜਾਬ ਦਾ ਅਮਨ ਏਕਤਾ ਸਾਰੀ ਆਪਾਂ ਰਲ ਕੇ ਸੰਭਾਲੀਏ। ਲੇਕਿਨ ਜੇ ਤੁਹਾਨੂੰ ਇਹ ਲੱਗਦਾ ਕਿ ਇਹ ਸੰਵਿਧਾਨ ਦੇ ਅਸੂਲ ਦੇ ਖਿਲਾਫ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਜਾਂ ਹਿੰਦੂ ਧਰਮ ਦੇ ਅਸੂਲਾਂ ਦੇ ਖਿਲਾਫ ਆ, ਹਿੰਦੂ ਧਰਮ ਦਾ ਅਸੂਲ ਹੈ ਵਿਸ਼ਵਮ ਕੁਟੰਬਮ, ਸਾਰਾ ਜਿਹੜਾ ਵਿਸ਼ਵ ਹੈ ਉਹ ਇੱਕੋ ਹੀ ਫੈਮਿਲੀ ਹੈ, ਔਰ ਖਾਲਸਾ ਪੰਥ ਦਾ ਤਾਂ ਨਿਆਰਾਪਣ ਦਾ ਕੀ ਗੱਲ ਕਹਿਣੀ ਹੈ ਕਿ ਇੱਥੇ ਤਾਂ ਹੈ ਹੀ ਸਰਬ ਸਾਂਝੀਵਾਲਤਾ ਦੀ ਗੱਲ ਹੈ, ਸਰਬੱਤ ਦੇ ਭਲੇ ਦੀ ਗੱਲ। ਤੇ ਸਾਡੀ ਗੱਲ ਜਾਂ ਸੰਵਿਧਾਨ ਦੇ ਵੀ ਖਿਲਾਫ ਨਹੀਂ, ਸਿੱਖ ਧਰਮ ਦੇ ਵੀ ਖਿਲਾਫ ਨਹੀਂ, ਹਿੰਦੂ ਧਰਮ ਦੇ ਵੀ ਖਿਲਾਫ ਨਹੀਂ, ਤਾਂ ਫਿਰ ਬੀਜੇਪੀ ਕਿਉਂ ਨਹੀਂ ਮੰਨਦੀ? ਤੇ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਸਾਡੀ ਗੱਲ ਮੰਨੋ ਤੇ ਆਪਾਂ ਇਕੱਠੇ ਚੱਲੀਏ। ਜੇ ਉਹ ਕਹਿਣਗੇ ਨਹੀਂ ਅਸੀਂ ਇਹ ਗੱਲ ਨਹੀਂ ਮੰਨਦੇ ਤੇ ਸਾਡੇ ਨਾਲ, ਤੁਹਾਡੇ ਨਾਲ ਅਸੀਂ ਨਹੀਂ ਚੱਲਣਾ, ਭਾਈ ਫਿਰ ਅਸੀਂ ਤਾਂ ਕੀ ਕਰ ਸਕਦੇ ਹਾਂ। ਅੱਛਾ, ਅਕਾਲੀ ਦਲ ਐਡੇ ਵੱਡੇ ਰਿਸਕ ਲੈਣ ਦੀ ਸਮਰੱਥਾ ਦੇ ਵਿੱਚ ਹੈਗਾ ਕਿ ਕੱਲ ਨੂੰ ਇਲੈਕਸ਼ਨ ਹੁੰਦੀ ਹੈ, ਬੀਜੇਪੀ ਅਲੱਗ ਤੋਂ ਇਲੈਕਸ਼ਨ ਲੜਦੀ ਹੈ, ਹਿੰਦੂ ਵੋਟ ਪੋਲਰਾਈਜ਼ ਨਹੀਂ ਹੋਏਗੀ ਕਿ ਦੇਖੋ ਜੀ ਅਸੀਂ ਹੱਕ 'ਚ ਸੀਗੇ ਸੀਏ ਦੇ, ਅਕਾਲੀ ਦਲ ਸੀਏ ਦੇ ਹੱਕ ਦੇ ਵਿੱਚ ਨਹੀਂ ਸੀਗਾ? ਇਹਦਾ ਮਤਲਬ ਇੱਕ ਵੱਡਾ ਰਿਸਕ ਨਹੀਂ ਹੈਗਾ ਤੁਹਾਡਾ, ਹਿੰਦੂ ਵੋਟ ਫਿਰ ਭੁਗਤੇਗੀ ਨਹੀਂ ਬੀਜੇਪੀ ਨੂੰ? ਉਹ ਰਿਸਕ ਤਾਂ ਜ਼ਿੰਦਗੀ 'ਚ ਦੇਖੋ, ਜੇ ਖਾਲਸਾ ਪੰਥ ਰਿਸਕ ਨਹੀਂ ਲੈਣਾ ਜਾਣਦਾ ਤਾਂ ਫਿਰ ਕੀ ਜਾਣਦਾ? ਖਾਲਸਾ ਪੰਥ ਜੇ ਖਾਲਸਾ ਪੰਥ ਨੂੰ ਰਿਸਕ ਲੈਣੇ ਨਹੀਂ ਆਉਂਦੇ ਤਾਂ ਫਿਰ ਕਿਹਨਾਂ ਨੂੰ ਆਉਂਦੇ ਦੱਸੋ ਮੈਨੂੰ, ਹੈ ਨਾ? ਸਿਰ ਤੇ ਤਲੀ ਤੇ ਰੱਖ ਕੇ ਚੱਲਣ ਵਾਲੇ ਬੰਦੇ ਨੇ, ਇਹਨਾਂ ਨੂੰ ਹੀ ਗੱਲਾਂ ਸਿਖਾਉਣ ਲੱਗੇ ਨੇ। ਪਰ ਸਿਆਸਤਦਾਨ ਤਾਂ ਸੋਚਦਾ ਹੀ ਹੈ ਨਾ, ਹਰ ਘਾਟਾ ਵਾਧਾ ਸੋਚਦਾ ਹੈ ਕਿ ਮੈਂ ਬਿੱਲ ਦੇ ਪ੍ਰਤੀ ਹਾਮੀ ਭਰ ਰਿਹਾ ਤੇ ਮੇਰਾ ਪੋਲੀਟੀਕਲ ਫਾਇਦਾ ਜਾਂ ਨੁਕਸਾਨ ਹੈ। ਮੇਰੀ ਗੱਲ ਸੁਣੋ, ਅਸਲੀ ਗੱਲ ਬੀਜੇਪੀ ਦੀ ਹੈ ਹੀ ਨਹੀਂ, ਅਸਲੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਹੈ। ਇਹ ਸਪਸ਼ਟ ਕਰਨ ਕਿ ਇਹ ਸੀਏ ਇਹਦੇ ਵਿੱਚ ਜਿਹੜੀ ਸਿੱਖਾਂ ਨੂੰ ਰਾਹਤ ਦਿੱਤੀ ਗਈ ਹੈ ਉਹਦਾ ਇਹ ਵਿਰੋਧ ਕਰਦੇ ਆ ਕਿ ਉਹਨੂੰ ਸਮਰਥਨ ਕਰਦੇ ਆ? ਜੇ ਸਮਰਥਨ ਕਰਦੇ ਆ ਤਾਂ ਇਹ ਗੱਲ ਕਹਿਣ ਕਿ ਸੀਏਏ ਦਾ ਇਸ ਹੱਦ ਤੱਕ ਅਸੀਂ ਸਮਰਥਨ ਕਰਦੇ ਹਾਂ ਜਿੱਥੇ ਤੱਕ ਸਿੱਖਾਂ ਨੂੰ ਰਾਹਤ ਹੈ। ਚਲੋ, ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਸਾਰੀ ਗੱਲਬਾਤ ਕਰਨ ਦੇ ਲਈ। ਸੋ ਇਹ ਆਉਣ ਵਾਲਾ ਬੜਾ ਸਿਆਸੀ ਪਾਰਾ ਵੱਧ ਵੀ ਰਿਹਾ ਹੈ, ਔਰ ਦਿੱਲੀ ਤੋਂ ਬਾਅਦ ਦਿੱਲੀ ਦੇ ਜੋ ਵੀ ਨਤੀਜੇ ਆਉਂਦੇ ਨੇ ਉਹ ਯਕੀਨਨ ਪੰਜਾਬ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਨਗੇ। ਕਿ ਇਹ ਗੱਠਜੋੜ ਚੱਲੇਗਾ, ਗੱਠਜੋੜ ਨਹੀਂ ਰਹੇਗਾ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।